ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA ਸਟ੍ਰॉ ਰੀਪਰ ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ ਲੈ ਹਾਜ਼ਰ ਹਾਂ ਮੈਂ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369 ਇਸ ਉੱਤੇ ਤੁਸੀਂ ਮਿਸਡ ਕਾਲ ਕਰ ਦਿਓ ਜਾਂ WhatsApp ਕਰ ਦਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਅਸੀਸ ਬਿਹਤਰ ਦੁੱਧ ਬਿਹਤਰ ਸਿਹਤ, ਜਿਸ ਬਾਰੇ ਗੱਲ ਕਰਨ ਲਈ ਅੱਜ ਉਹ ਸ਼ਖਸੀਅਤ ਨੇ ਜੋ ਪਿਛਲੇ 22 ਸਾਲਾਂ ਤੋਂ ਲਾਈਵ ਸਟਾਕ ਇੰਡਸਟਰੀ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਬਤੌਰ ਵਾਈਸ ਪ੍ਰੈਜ਼ੀਡੈਂਟ ਬਿਜ਼ਨਸ ਡਿਵੈਲਪਮੈਂਟ ਅਸੀਸ ਵਿੱਚ ਕੰਮ ਕਰ ਰਹੇ ਨੇ ਮਿਸਟਰ ਗਣੇਸ਼ ਸ਼ਰਮਾ। ਸ਼ਰਮਾ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਥੈਂਕ ਯੂ ਨਿਖਲ ਜੀ। ਸਰ ਪਹਿਲੇ ਤਾਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਅਸੀਸ ਇੱਕ ਇਹੋ ਜਿਹਾ ਬ੍ਰਾਂਡ ਹੈ ਜੋ ਕਿ ਪਸ਼ੂ ਪਾਲਕਾਂ ਦੇ ਕਿਸਾਨ ਵੀਰਾਂ ਦੇ ਦਿਲ ਵਿੱਚ ਵਸਿਆ ਹੋਇਆ ਤੇ ਨਾਲ ਬੜੀ ਛੇਤੀ ਇਹ ਜਿਹੜੀ ਕੰਪਨੀ ਹੈ 200 ਕਰੋੜ ਪਾਰ ਕਰ ਗਈ ਹੈ। ਇਹਦੇ ਲਈ ਪਹਿਲੇ ਤਾਂ ਤੁਸੀਂ ਵੀ ਤੇ ਕੰਪਨੀ ਵੀ ਵਧਾਈ ਦੀ ਪਾਤਰ ਹੈ। ਥੈਂਕ ਯੂ ਜੀ। ਤੇ ਇਹ ਜੋ ਸਭ ਕੁਝ ਹੋ ਪਾਇਆ ਇਹਦੇ ਪਿੱਛੇ ਦੀ ਜਿਹੜੀ ਮਿਹਨਤ ਹੈ ਉਸ ਬਾਰੇ ਪਹਿਲੇ ਤਾਂ ਚਾਨਣਾ ਪਾਓ। ਜੀ ਨਿਖਲ ਜੀ, ਸਭ ਤੋਂ ਪਹਿਲਾਂ ਤਾਂ ਇਹ ਸ਼ੋਅ ਦੇਖਣ ਵਾਲੇ ਕਿਸਾਨ ਵੀਰਾਂ ਨੂੰ ਮੇਰੀ ਸਤਿ ਸ੍ਰੀ ਅਕਾਲ। ਬਿਲਕੁਲ ਨਿਖਲ ਜੀ, ਜੇ ਮੈਂ ਇਹ ਗੱਲ ਕਰਾਂ, ਅਸੀਂ ਪੰਜਾਬ ਜਾਂ ਨਾਰਥ ਦੀ ਸਭ ਤੋਂ ਫਾਸਟੈਸਟ ਗਰੋਇੰਗ ਕੰਪਨੀ ਹੈਗੀ ਹੈ ਜੀ, ਜਿਨ੍ਹਾਂ ਨੇ ਆਲਮੋਸਟ 7 ਤੋਂ 8 ਸਾਲ ਦੇ ਵਿੱਚ 200 ਕਰੋੜ ਰੁਪਏ ਦੀ ਟਰਨਓਵਰ ਕੀਤੀ ਹੈ। ਇਹ ਸਾਨੂੰ ਆਪਣੇ ਕਿਸਾਨ ਵੀਰਾਂ ਦਾ ਪਿਆਰ, ਉਹਨਾਂ ਨਾਲ ਸਾਡਾ ਸਾਂਝ ਦੀ ਗੱਲ ਕਰੀਏ ਤਾਂ ਉਸ ਦਾ ਨਤੀਜਾ ਹੈ ਜੀ। ਇਸ ਦੇ ਲਈ ਸਾਨੂੰ ਬਹੁਤ ਕੁਝ ਕਰਨਾ ਪਿਆ ਹੈ, ਜਿਸ ਦੇ ਵਿੱਚ ਜੇ ਮੈਂ ਸ਼ੁਰੂਆਤ ਕਰਾਂ ਤਾਂ ਉਹ ਹੈਗੀ ਹੈ ਜੀ ਇੱਕ ਪੋਜ਼ੀਟਿਵ ਥਾਟ ਪ੍ਰੋਸੈਸ ਦੀ। ਅਸੀਂ ਪੋਜ਼ੀਟਿਵ ਥਾਟ ਪ੍ਰੋਸੈਸ ਲੈ ਕੇ ਸ਼ੁਰੂ ਹੋਏ ਸੀ, ਉਸ ਹਿਸਾਬ ਸਿਰ ਅਸੀਂ ਆਪਣਾ ਪਲਾਨ ਲਗਾਇਆ ਸੀਗਾ ਜੀ। ਉਸ ਤੋਂ ਬਾਅਦ ਅਸੀਂ ਬਹੁਤ ਸਾਰੇ ਇਹੀ ਜਿਹੀ ਐਕਟੀਵਿਟੀਜ਼ ਕੀਤੀਆਂ ਜੋ ਜਿਨ੍ਹਾਂ ਨਾਲ ਕਿ ਸਾਡੀ ਫਾਰਮਰ ਦੇ ਨਾਲ ਸਾਂਝੇਦਾਰੀ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੋਈ ਹੈ ਅਤੇ ਅਸੀਂ ਉਸੇ ਦਾ ਇਹ ਰਿਜ਼ਲਟਸ ਹੈ ਕਿ ਅਸੀਂ ਅੱਜ ਇਸ ਮੁਕਾਮ 'ਤੇ ਪਹੁੰਚ ਗਏ ਹਾਂ। ਇਸ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ, ਸਾਡੀ ਅਪਰੋਚ ਹਮੇਸ਼ਾ ਹੀ ਇੱਕ ਵੈਲਿਊ ਐਡਡ ਪ੍ਰੋਡਕਟ ਬਣਾਉਣ ਦੀ ਰਹੀ ਹੈ ਜੀ। ਅਸੀਂ ਹਮੇਸ਼ਾ ਹੀ ਉਹਨਾਂ ਪ੍ਰੋਡਕਟਾਂ 'ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਫਾਰਮਰ ਦਾ ਅਤੇ ਡੇਅਰੀ ਫਾਰਮਿੰਗ ਦਾ ਫਾਇਦਾ ਹੋਵੇ। ਇਸ ਦੇ ਵਿੱਚ ਸਾਡੀ ਸੇਲਸ ਟੀਮ ਅਤੇ ਟੈਕਨੀਕਲ ਟੀਮ, ਉਹਨਾਂ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਜੀ ਕਿ ਉਹ ਫਾਰਮਰ ਦੇ ਕੋਲ ਜਾ ਕੇ ਜੀ ਉਹਨਾਂ ਤੋਂ ਪੁੱਛਦੇ ਨੇ ਕਿ ਅਸੀਂ ਤੁਹਾਡੇ ਲਈ ਕੀ ਕਰ ਸਕਦੇ, ਤੁਹਾਡੀਆਂ ਜ਼ਰੂਰਤਾਂ ਕਿਸ ਤਰ੍ਹਾਂ ਪੂਰੀਆਂ ਕਰ ਸਕਦੇ ਨੇ ਜੀ। ਅਤੇ ਇਸ ਦੇ ਵਿੱਚ ਸਾਨੂੰ ਕਈ ਸਟ੍ਰਿਕਟ SOP ਬਣਾਉਣੇ ਪਏ ਨੇ ਜੀ, ਕੁਛ ਇਹੋ ਜਿਹੀਆਂ ਇਨਵੈਸਟਮੈਂਟ ਕਰਨੀਆਂ ਪਈਆਂ ਨੇ ਜੀ ਜੋ ਕਿ ਸਾਇੰਟੀਫਿਕ ਨੇ ਅਤੇ ਐਡਵਾਂਸ ਨੇ, ਜੋ ਕਿ ਸਾਨੂੰ ਇਸ ਮੁਹਿੰਮ ਦੇ ਵਿੱਚ ਅੱਗੇ ਵਧਣ ਦੇ ਵਿੱਚ ਸਹਾਇਕ ਹੁੰਦੀਆਂ ਨੇ ਜੀ। ਇਸ ਤੋਂ ਬਿਨਾਂ ਅਸੀਂ ਅਫਲਾਟੌਕਸਿਨ ਕੰਟਰੋਲਡ ਫੀਡ ਅਤੇ ਕੰਪੇਨ ਦੇ ਨਾਮ ਤੋਂ ਜਾਣੇ ਜਾਂਦੇ ਜੀ ਕਿ ਅਸੀਂ ਸਿਰਫ ਦੁੱਧ ਦੀ ਪ੍ਰੋਡਕਸ਼ਨ ਹੀ ਨਹੀਂ ਬਲਕਿ ਦੁੱਧ ਦੀ ਕੁਆਲਿਟੀ 'ਤੇ ਵੀ ਕੰਮ ਕੀਤਾ ਹੈ ਜੀ। ਅਦਰਵਾਈਜ਼ ਫਾਰਮਰ ਸਿਰਫ ਇਹ ਸਮਝਦੇ ਸੀਗੇ ਕਿ ਦੁੱਧ ਦੇ ਵਿੱਚ ਫੈਟ ਅਤੇ SNF ਹੋਣਾ ਹੀ ਦੁੱਧ ਦੀ ਕੁਆਲਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਪਰ ਅਸੀਂ ਕੁਝ ਕੰਪਨੀਆਂ ਨਾਲ ਮਿਲ ਕੇ ਇਹ ਫਾਰਮਰ ਨੂੰ ਦੱਸਿਆ ਕਿ ਸਿਰਫ ਫੈਟ ਅਤੇ SNF ਤੋਂ ਬਿਨਾਂ ਉੱਲੀ ਜ਼ਹਿਰ, ਦੁੱਧ ਦੇ ਵਿੱਚ ਐਂਟੀਬਾਇਓਟਿਕ, ਹੈਵੀ ਮੈਟਲਸ ਜਾਂ ਸਮੈਟਿਕ ਸੈੱਲ ਕਾਊਂਟ ਘੱਟ ਤੋਂ ਘੱਟ ਹੋਣਾ ਚਾਹੀਦਾ। ਇਹੀ ਜਿਹੀਆਂ ਬਹੁਤ ਸਾਰੀਆਂ ਮੁਹਿੰਮ ਚਲਾਈਆਂ ਨੇ ਜੀ। ਅਸੀਂ ਮੇਰੇ ਖਿਆਲ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ, ਤਕਰੀਬਨ 3.5 ਲੱਖ ਫਾਰਮਰਸ ਨੂੰ ਇੰਪਾਵਰਡ ਕਰ ਚੁੱਕੇ ਹਾਂ ਜੀ, ਉਹਨਾਂ ਨਾਲ ਅਵੇਅਰਨੈਸ ਸੈਸ਼ਨ ਕਰ ਚੁੱਕੇ ਹਾਂ ਜੀ, ਡਿਫਰੈਂਟ ਐਕਸਟੈਂਸ਼ਨ ਐਕਟੀਵਿਟੀਜ਼ ਦੇ ਥਰੂ ਹੀ। ਇਹਨਾਂ ਐਕਟੀਵਿਟੀ ਮੈਂ ਅੱਜ ਪ੍ਰਾਊਡਲੀ ਕਹਿ ਸਕਦਾ ਕਿ ਅਸੀਂ ਸક્ષਮ ਹੈ ਜੀ ਕਿ ਅਸੀਂ 80 ਲੀਟਰ ਦੁੱਧ ਦੇਣ ਵਾਲੀ ਗਾਂ ਦੀ ਵੀ ਫਾਰਮੂਲੇਸ਼ਨ ਸਕਸੈਸਫੁਲੀ ਕੀਤੀ ਹੈ ਅਤੇ ਉਹ ਬਹੁਤ ਟਾਈਮ ਤੱਕ 80 ਲੀਟਰ ਦੁੱਧ ਦਿੰਦੀ ਰਹੀ ਹੈ। ਦੂਜੀ ਗੱਲ ਅਗਰ ਮੈਂ ਕਰਾਂ ਕੋਵਿਡ ਦੇ ਟਾਈਮ ਦੀ ਜੀ, ਕੋਵਿਡ ਦੇ ਟਾਈਮ 'ਤੇ ਵੀ ਅਸੀਂ ਫਾਰਮਰਾਂ ਦੇ ਨਾਲ ਜੁੜ ਕੇ ਖੜ੍ਹੇ ਰਹੇ ਹਾਂ ਜੀ। ਅਸੀਂ ਸਿਰਫ ਡੇਢ ਦਿਨ ਵਿੱਚ ਸਾਡਾ ਪਲਾਂਟ ਬੰਦ ਰਿਹਾ, ਉਸ ਤੋਂ ਬਾਅਦ ਅਸੀਂ ਕੰਟੀਨਿਊਸ ਪਲਾਂਟ ਚਲਾਇਆ ਅਤੇ ਫਾਰਮਰ ਦੇ ਨਾਲ ਖੜ੍ਹ ਕੇ ਉਹਨਾਂ ਨੂੰ ਫੀਡ ਪਹੁੰਚਾਈ ਹੈ। ਇਸੇ ਕਰਕੇ ਹੀ ਅਸ਼ੀਸ਼ ਇੱਕ ਵੈਲ ਨੋਨ ਬ੍ਰਾਂਡ ਬਣਿਆ ਜੀ, ਤਾਂ ਇਹ ਸਾਰਾ ਕੁਝ ਫਾਰਮਰ ਕਰਕੇ ਹੀ ਹੈ ਜੀ। ਬਹੁਤ ਵਧੀਆ ਗੱਲਾਂ ਸਰ ਅੱਜ ਤੁਸੀਂ ਸਾਂਝੀਆਂ ਕਰ ਰਹੇ ਹੋ, ਤਾਂ ਹੋਰ ਤੁਹਾਡੇ ਕੋਲੋਂ ਇਸ ਬਾਰੇ ਜਾਣਕਾਰੀ ਅਸੀਂ ਲੈਣੀ ਹੈ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਸਿੱਧਾ ਫਾਰਮਰ ਨਾਲ, ਭਾਵੇਂ ਕੋਵਿਡ ਦਾ ਕਾਲ ਵੀ ਚੱਲਿਆ, ਤੁਸੀਂ ਸੰਪਰਕ ਕੀਤਾ ਅਤੇ ਜਿਹੜਾ ਅਸੀਸ ਦਾ ਮਤਲਬ ਹੀ ਜੇ ਵੇਖਿਆ ਜਾਏ ਤਾਂ ਉਹ ਆਪਣੇ ਆਪ ਵਿੱਚ ਵਰਦਾਨ ਹੈ ਅਤੇ ਅਸੀਸ ਫੀਡ ਜੋ ਹੈ ਉਹ ਇੱਕ ਵਰਦਾਨ ਦੇ ਤੌਰ 'ਤੇ, ਇੱਕ ਬਲੈਸਿੰਗ ਦੇ ਤੌਰ 'ਤੇ ਹੀ ਪਸ਼ੂ ਪਾਲਕਾਂ ਲਈ ਆਉਂਦੀ ਹੈ। ਅਤੇ ਇਹ ਜੋ ਫੀਡ ਹੈ ਇਸ ਦਾ ਫਾਰਮੂਲਾ ਇਹ ਕਿ ਤਿਆਰ ਕਰਨਾ ਬੜਾ ਸੌਖਾ ਹੁੰਦਾ ਅਤੇ ਨਾਲ ਦੇ ਨਾਲ ਹੀ ਜੇ ਫੀਡ ਤਿਆਰ ਕਰਨੀ ਹੁੰਦੀ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਜਦੋਂ ਅਸੀਂ ਫਾਰਮਰ ਗਰੁੱਪ ਮੀਟਿੰਗਸ ਕਰਦੇ ਹਾਂ ਜਾਂ ਫਾਰਮਰਾਂ ਦੇ ਸਾਹਮਣੇ ਜਾਂਦੇ ਹਾਂ, ਇਹ ਆਮ ਕੁਐਸਚਨ ਆਉਂਦਾ ਹੈ ਕਿ ਫਾਰਮਰ ਕਹਿੰਦੇ ਨੇ ਕਿ ਫੀਡ ਦਾ ਫਾਰਮੂਲਾ ਬਣਾਉਣਾ ਸੌਖਾ ਹੈ ਜਾਂ ਔਖਾ ਹੈ।
ਜੇ ਮੇਰੇ ਹਿਸਾਬ ਸਿਰ ਜੇ ਮੈਨੂੰ 22 ਸਾਲ ਦੇ ਕਰੀਅਰ ਦੇ ਵਿੱਚ ਗੱਲ ਕਰੀਏ ਤਾਂ ਮੇਰੇ ਹਿਸਾਬ ਸਿਰ ਫੀਡ ਦਾ ਫਾਰਮੂਲਾ, ਖਾਸ ਕਰਕੇ ਬੈਲੈਂਸਡ ਫੀਡ ਦਾ ਫਾਰਮੂਲਾ ਬਣਾਉਣਾ ਇੰਨਾ ਸੌਖਾ ਨਹੀਂ ਹੈ। ਜੇ ਮੈਂ ਇੱਕ ਰਿਊਬਿਕ ਕਿਊਬ ਦੀ ਐਗਜ਼ਾਮਪਲ ਦੇਵਾਂ ਤਾਂ ਇੱਕ ਗੀਟੀ ਨੂੰ ਜਾਂ ਇੱਕ ਪਾਸੇ ਨੂੰ ਬਣਾਉਣਾ ਬੜਾ ਆਸਾਨ ਹੈ, ਲੇਕਿਨ ਪੂਰੇ ਰਿਊਬਿਕ ਕਿਊਬ ਨੂੰ ਬਣਾ ਕੇ ਉਹ ਸ਼ਾਇਦ ਓਨਾ ਹੀ। ਇਸੇ ਤਰ੍ਹਾਂ ਹੈਗਾ ਜੀ ਫੀਡ ਦਾ ਫਾਰਮੂਲਾ। ਫੀਡ ਦੇ ਫਾਰਮੂਲੇ ਦੇ ਵਿੱਚ ਤੁਹਾਨੂੰ 3, 4 ਜਾਂ 5 ਚੀਜ਼ਾਂ ਹੀ ਨਹੀਂ ਬੈਲੈਂਸ ਕਰਨੀਆਂ ਪੈਂਦੀਆਂ, ਇਹ ਬਹੁਤ ਸਾਰੀਆਂ ਬੈਲੈਂਸ ਕਰਨੀਆਂ ਪੈਂਦੀਆਂ ਨੇ ਜੀ। ਜਿਹਦੇ ਵਿੱਚ ਆਪਾਂ ਨਿਊਟ੍ਰੀਐਂਟਸ ਦੀ ਗੱਲ ਕਰੀਏ ਤੇ ਉਹ ਜੋ ਨਿਊਟ੍ਰੀਐਂਟਸ ਹੈ ਜੀ, ਉਹ ਕਿਸ ਹਿਸਾਬ ਸਿਰ ਬੈਲੈਂਸ ਕਰਨੀਆਂ ਨੇ ਜੀ। ਤੁਹਾਡੇ ਕੋਲ ਕਿਆ ਅਵੇਲੇਬਲ ਰਾ ਮਟੀਰੀਅਲ ਜਾਂ ਕਿਆ ਰਿਸੋਰਸਿਸ ਹੈਗੇ ਆ ਜੀ, ਉਸ ਦੀ ਲੀਸਟ ਕਾਸਟ, ਕਿ ਉਸ ਦੀ ਕਾਸਟ ਜਾਂ ਲਾਗਤ ਵੀ ਘੱਟ ਤੋਂ ਘੱਟ ਹੋਵੇ ਜੀ। ਤੇ ਤੁਹਾਡੇ ਕੋਲ ਕਿਹੜਾ ਡਰਾਈ ਫਾਡਰ, ਗ੍ਰੀਨ ਫਾਡਰ ਹੈਗਾ ਅਵੇਲੇਬਲ ਹੈਗਾ, ਤੇ ਤੁਹਾਡੇ ਜੋ ਜਾਨਵਰ ਹੈ ਉਸ ਦੀ ਦੁੱਧ ਪ੍ਰੋਡਕਸ਼ਨ ਤੇ ਉਸ ਦੀ ਰਿਕੁਆਇਰਮੈਂਟ ਕਿਆ ਹੈ। ਇਹ ਰਿਕੁਆਇਰਮੈਂਟ ਨੂੰ ਪੂਰੀ ਤਰ੍ਹਾਂ ਕੰਪਲੀਟ ਕਰਕੇ ਮੈਚ ਕਰਨਾ ਸ਼ਾਇਦ ਇੰਨਾ ਆਸਾਨ ਕੰਮ ਨਹੀਂ ਹੈ ਜੀ। ਮੇਰੇ ਹਿਸਾਬ ਸਿਰ ਇਹ ਇੱਕ ਬਹੁਤ ਹੀ ਗੁੰਝਲਦਾਰ ਕੰਮ ਹੈ। ਇਸ ਕਰਕੇ ਮੈਂ ਹਮੇਸ਼ਾ ਇਹੀ ਰਿਕਮੈਂਡ ਕਰਦਾ ਕਿ ਇਹ ਕੰਮ ਆਪਾਂ ਨਾ ਕਰਕੇ ਜੋ ਇਸ ਦੇ ਐਕਸਪਰਟਸ ਨੇ ਜੀ ਉਹਨਾਂ ਨੂੰ ਕਰਨ ਦਈਏ ਤਾਂ ਜ਼ਿਆਦਾ ਬਿਹਤਰ ਹੈ। ਅਸੀਂ ਆਪਣੀ ਫਾਰਮਿੰਗ ਤੇ ਫੋਕਸ ਕਰੀਏ। ਦੂਸਰੀ ਗੱਲ, ਸਿਰਫ ਇੱਕ ਵਾਰੀ ਫਾਰਮੂਲਾ ਬਣਾਉਣਾ ਹੀ ਇੰਪੋਰਟੈਂਟ ਨਹੀਂ ਹੈ ਜੀ। ਫਾਰਮੂਲਾ ਲਗਾਤਾਰ ਹਰੇਕ ਸੀਜ਼ਨ ਦੇ ਵਿੱਚ ਇਹ ਉਸ ਤਰ੍ਹਾਂ ਜਾਨਵਰ ਦੀ ਰਿਕੁਆਇਰਮੈਂਟ ਪੂਰੀ ਕਰਦਾ ਰਹਿਣਾ ਚਾਹੀਦਾ ਹੈ ਜੀ। ਚਾਹੇ ਚਾਰਾ ਚੇਂਜ ਹੁੰਦਾ ਰਹੇ, ਚਾਹੇ ਨਾ ਚੇਂਜ ਹੁੰਦਾ ਰਹੇ, ਜਾਂ ਬਦਲਦਾ ਵੀ ਰਹੇ, ਚਾਹੇ ਛੋਟਾ ਚਾਰਾ ਹੋਵੇ, ਚਾਹੇ ਪੱਕਿਆ ਹੋਇਆ ਚਾਰਾ ਹੋਵੇ ਜੀ, ਇਹ ਕੰਟੀਨਿਊਸਲੀ ਜਾਨਵਰ ਦੀ ਰਿਕੁਆਇਰਮੈਂਟ ਪੂਰੀ ਕਰਦਾ ਰਹਿਣਾ ਚਾਹੀਦਾ। ਇਸ ਦੇ ਲਈ ਮੈਂ ਇਹ ਵੀ ਹਮੇਸ਼ਾ ਹੀ ਕਹਿੰਦਾ ਕਿ ਇਹ ਸ਼ਾਇਦ ਇੱਕ ਅੱਖਾਂ ਨਾਲ ਦੇਖ ਕੇ ਜਾਂ ਫਿਜ਼ੀਕਲੀ ਅਪੀਅਰੈਂਸ ਨਾਲ ਅਸੀਂ ਡਿਸਾਈਡ ਨਹੀਂ ਕਰ ਸਕਦੇ ਕਿ ਇਹ ਰਾ ਮਟੀਰੀਅਲ ਸਾਡੇ ਕੋਲ ਅੱਛੇ ਨੇ ਜੀ ਜਾਂ ਇਹ ਰਾ ਮਟੀਰੀਅਲ ਸਾਡੇ ਕੋਲ ਅੱਛੇ ਨਹੀਂ। ਇਹਦੇ ਵਾਸਤੇ ਸਾਨੂੰ ਸਾਇੰਸ ਜਾਂ ਐਡਵਾਂਸ ਟੈਕਨੋਲੋਜੀ ਦਾ ਸਾਥ ਲੈਣਾ ਪੈਂਦਾ ਹੈ। ਜੇ ਮੈਂ ਨਿਖਲ ਜੀ ਬੜੀ ਕਲੀਅਰ ਕੱਟ ਐਗਜ਼ਾਮਪਲ ਦੇਵਾਂ, ਸਾਡੇ ਕੋਲ ਕੇਸਿਸ ਆਉਂਦੇ ਰਹਿੰਦੇ ਨੇ ਕਿ 2 ਤਰ੍ਹਾਂ ਦੀ ਮੱਕੀ ਆਈ ਹੈ ਜੀ, ਇੱਕ ਦੇਖਣ 'ਚ ਬਹੁਤ ਵਧੀਆ ਲੱਗ ਰਹੀ ਹੈ ਜੀ ਤੇ ਇੱਕ ਦੂਜੀ ਠੀਕ ਨਹੀਂ ਲੱਗ ਰਹੀ, ਤੇ ਸਾਡੀ ਕੁਆਲਿਟੀ ਟੀਮ ਇਹ ਕਹਿੰਦੀ ਹੈ ਜੀ ਕਿ ਵਧੀਆ ਦੇਖਣ ਵਾਲੀ ਮੱਖੀ ਇਹ ਰਿਜੈਕਟ ਹੈ। ਤਾਂ ਅਸੀਂ ਉਹਨੂੰ ਪੁੱਛਦੇ ਇਹ ਰਿਜੈਕਟ ਕਿਉਂ ਹੈ, ਉਹ ਕਹਿੰਦੇ ਜੀ ਇਹ ਦੇਖਣ 'ਚ ਬਹੁਤ ਵਧੀਆ ਹੈ ਲੇਕਿਨ ਇਹਦੀ ਜੋ ਨਿਊਟ੍ਰੀਐਂਟਸ ਵੈਲਿਊ ਜੋ ਹੋਣੇ ਚਾਹੀਦੇ ਸੀਗੇ ਜੀ ਉਹ ਸਪੈਸੀਫਿਕੇਸ਼ਨ ਤੋਂ ਘੱਟ ਹੈ। ਦੂਜੀ ਚਾਹੇ ਦੇਖਣ 'ਚ ਅੱਛੀ ਨਹੀਂ ਹੈ ਪਰ ਇਹ ਨਿਊਟ੍ਰੀਐਂਟਸ ਇਨਰਿਚਡ ਹੈ, ਤਾਂ ਇਸ ਕਰਕੇ ਫਾਰਮੂਲੇਸ਼ਨ ਦੇ ਵਿੱਚ ਉਹ ਯੂਜ਼ ਹੋਣੀ ਚਾਹੀਦੀ ਹੈ। ਇਸ ਕਰਕੇ ਮੇਰੇ ਹਿਸਾਬ ਸਿਰ ਫਾਰਮਰ ਨੂੰ ਆਪਣੇ ਦਿਲ ਨਾਲ ਤੇ ਟੈਕਨੋਲੋਜੀ ਦਾ ਸਹਾਰਾ ਲੈ ਕੇ ਆਪਣੀ ਗਾਵਾਂ ਦੇ ਲਈ ਡਿਸੀਜ਼ਨ ਲੈਣਾ ਚਾਹੀਦਾ ਹੈ, ਨਾ ਕਿ ਆਪਣੇ ਹਿਸਾਬ ਸਿਰ ਲੈਣਾ ਚਾਹੀਦਾ। ਬਿਲਕੁਲ, ਮੈਨੂੰ ਇੱਥੇ ਨਾ ਇੱਕ ਗੱਲ ਵੀ ਯਾਦ ਆ ਗਈ, ਕਹਿੰਦੇ ਉਹ ਦੇਖਤੇ ਨਹੀਂ किसकी रियाजत, रियाजत कहते मेहनत नू, वो देखते नहीं किसकी रियाजत है कितनी, लोग आसान समझ लेते हैं आसानी को। बिल्कुल जी, ਤੇ ਆਸਾਨ ਜੋ ਨਜ਼ਰ ਆਉਂਦਾ ਇੰਨਾ ਆਸਾਨ ਹੁੰਦਾ ਨਹੀਂ ਹੈ। ਖੈਰ ਇੱਥੇ ਅਸੀਂ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਰਨੀਆਂ ਨੇ। ਛੋਟੇ ਕਿਸਾਨਾਂ ਲਈ ਅਸੀਸ ਕੀ ਕਰ ਰਿਹਾ ਉਸ ਬਾਰੇ ਵੀ ਚਰਚਾ ਕਰਨੀ ਹੈ, ਤੇ ਨਾਲ ਜਿਹੜੇ ਜੋ ਕਿਸਾਨ ਵੀਰ ਨੇ ਉਹਨਾਂ ਨੂੰ ਔਂਕੜਾਂ ਆਉਂਦੀਆਂ ਨੇ ਉਸ ਬਾਰੇ ਵੀ ਚਰਚਾ ਕਰਾਂਗੇ, ਬਸ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ, ਤੇ ਅੱਜ ਦਾ ਸਾਡਾ ਵਿਸ਼ਾ ਹੀ ਹੈ ਅਸੀਸ ਬਿਹਤਰ ਦੁੱਧ ਬਿਹਤਰ ਸਿਹਤ। ਤੇ ਸਾਡੇ ਨਾਲ ਵਾਈਸ ਪ੍ਰੈਜ਼ੀਡੈਂਟ ਬਿਜ਼ਨਸ ਡਿਵੈਲਪਮੈਂਟ ਨੇ ਅਸੀਸ ਤੋਂ ਮਿਸਟਰ ਗਣੇਸ਼ ਸ਼ਰਮਾ। ਤੇ ਗਣੇਸ਼ ਜੀ, ਮੈਂ ਇਹ ਦੇਖਿਆ ਹੈ ਕਿ ਅਸੀਸ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਵੱਡੇ ਕਿਸਾਨਾਂ ਦੇ ਵਿੱਚ, ਵਪਾਰਕ ਕਿਸਾਨਾਂ ਦੇ ਵਿੱਚ ਬਹੁਤ ਵਧੀਆ ਰਿਹਾ ਹੈ, ਪਰ ਬਹੁਤ ਸਾਰੇ ਸਾਡੇ ਛੋਟੇ ਕਿਸਾਨ ਵੀ ਨੇ। ਤੇ ਆਪਣੇ ਪ੍ਰੋਗਰਾਮ ਦੇ ਜ਼ਰੀਏ ਅਸੀਂ ਭਾਵੇਂ ਛੋਟਾ ਕਿਸਾਨ ਹੋਵੇ ਜਾਂ ਵੱਡਾ ਕਿਸਾਨ ਹੋਵੇ, ਸਾਰਿਆਂ ਤੱਕ ਸਿੱਧਾ ਸੰਪਰਕ ਜਿਹੜਾ ਉਹ ਕਰ ਰਿਹਾ। ਪਰ ਛੋਟੇ ਕਿਸਾਨ ਜਿਹੜੇ ਜੋ ਵੱਡਾ ਕਿਸਾਨ ਬਣਨਾ ਚਾਹੁੰਦੇ ਨੇ, ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੈ, ਕੀ ਸੰਦੇਸ਼ ਹੈ? ਇਹ ਬਹੁਤ ਵਧੀਆ ਕੁਐਸਚਨ ਹੈਗਾ ਨਿਖਿਲ ਜੀ, ਕਿਉਂਕਿ ਦੇਖੋ ਜੋ ਅੱਜ ਵੱਡਾ ਫਾਰਮ ਹੈ ਜੀ ਉਹ ਵੀ ਕਦੇ ਛੋਟਾ ਹੁੰਦਾ ਸੀ, ਤੇ ਅੱਜ ਜੋ ਛੋਟਾ ਫਾਰਮ ਹੈ ਜੀ ਉਹ ਹਮੇਸ਼ਾ ਇਹ ਸੋਚ ਰੱਖਦਾ ਹੈ ਕਿ ਮੈਂ ਵੀ ਕੱਲ੍ਹ ਵੱਡਾ ਫਾਰਮ ਬਣਾ। ਤੇ ਇਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਸ਼ਾਇਦ ਸਾਡੇ ਨਾਲੋਂ ਅਸੀਂ ਤਾਂ ਹੈ ਹੀ ਹਾਂ ਸਪੋਰਟ ਕਰਨ ਨੂੰ ਜੀ। ਫਾਰਮਰ ਅਗਰ ਆਪਣੇ ਦਿਲ ਵਿੱਚ ਇਹ ਢਾਲ ਲਵੇ ਜਾਂ ਇੱਕ ਦ੍ਰਿੜ ਸੰਕਲਪ ਲੈ ਲਵੇ ਕਿ ਮੈਂ ਵੱਡਾ ਫਾਰਮ ਬਣਨਾ, ਤਾਂ ਅਸੀਂ ਉਸ ਦੇ ਨਾਲ ਮਿਲ ਕੇ ਉਸ ਦਾ ਉਹ ਰੋਡ ਮੈਪ ਤਿਆਰ ਕਰ ਸਕਦੇ ਹਾਂ ਕਿ ਇੰਨੇ ਟਾਈਮ ਦੇ ਵਿੱਚ ਜਾਂ ਇੰਨੇ ਵਕਫੇ ਦੇ ਵਿੱਚ ਜੇ ਤੁਸੀਂ ਇੰਨੇ ਜਾਨਵਰਾਂ ਤੋਂ ਸ਼ੁਰੂ ਕਰੋਗੇ ਤਾਂ ਇੰਨੇ ਜਾਨਵਰਾਂ ਜਾਂ ਇੰਨੇ ਗਾਵਾਂ ਮੱਝਾਂ ਤੱਕ ਪਹੁੰਚ ਸਕਦੇ ਹਾਂ ਜੀ। ਇਹ ਰੋਡ ਮੈਪ ਬਣਾਉਣ ਲਈ ਸਾਡੇ ਕੋਲ ਐਕਸਪਰਟਸ ਹੈਗੇ ਨਹੀਂ, ਸਾਡੀ ਖੁਦ ਟੈਕਨੀਕਲ ਟੀਮ ਹੈਗੀ ਹੈ ਜੀ, ਜੋ ਇਹ ਰੋਡ ਮੈਪ ਤੁਹਾਡੇ ਲਈ ਅਸੀਂ ਬਣਾ ਸਕਦੇ ਹਾਂ ਜੀ। ਅਸੀਂ ਤੁਹਾਨੂੰ ਮਿਲ ਕੇ ਉਹ ਅਚੀਵ ਕਰਨ 'ਚ ਵੀ ਮਦਦ ਕਰ ਸਕਦੇ ਹਾਂ। ਲੇਕਿਨ ਇਸ ਦੇ ਵਿੱਚ ਪਹਿਲਾਂ ਛੋਟੇ ਫਾਰਮਰ ਦੇ ਮਨ ਵਿੱਚ ਜਾਂ ਸੋਚ
ਇੱਕ ਕਨਵਿਕਸ਼ਨ ਦਿਖਣੀ ਚਾਹੀਦੀ ਹੈ ਕਿ ਮੈਂ ਇੱਕ ਵੱਡਾ ਫਾਰਮ ਬਣਨਾ ਹੈ। ਇਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਸ਼ਾਇਦ 4 ਚੀਜ਼ਾਂ ਹਮੇਸ਼ਾ ਹੀ ਇੰਪੋਰਟੈਂਟ ਰਹਿੰਦੀਆਂ ਨੇ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਫਾਰਮਰ ਦੇ ਰਿਸੋਰਸਿਸ ਨੇ ਜੀ। ਫੀਡ ਤੇ ਫੋਡਰ, ਬਰੀਡ, ਮਨੀ ਤੇ ਮੈਨੇਜਮੈਂਟ ਮੈਂ ਕਹੂੰਗਾ BMP, ਬੈਸਟ ਮੈਨੇਜਮੈਂਟ ਪ੍ਰੈਕਟਿਸਿਸ। ਜੇ ਇਹਨਾਂ ਚਾਰੋਂ ਰਿਸੋਰਸਿਸ ਨੂੰ ਅਸੀਂ ਇਫੈਕਟਿਵਲੀ ਤੇ ਆਪਟੀਮਾਈਜ਼ਲੀ ਯੂਜ਼ ਕਰ ਲਈਏ ਤਾਂ ਸਾਨੂੰ ਮੇਰੇ ਖਿਆਲ ਜਾਂ ਕਿਸੇ ਵੀ ਛੋਟੇ ਫਾਰਮਰ ਨੂੰ ਵੱਡਾ ਫਾਰਮਰ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸ ਤੋਂ ਬਿਨਾਂ 2-3 ਗੱਲਾਂ ਦਾ ਹੋਰ ਧਿਆਨ ਰੱਖਣਾ ਚਾਹੀਦਾ ਨਿਖਿਲ ਜੀ। ਉਸ ਦੇ ਵਿੱਚ ਜੇ ਮੈਂ ਗੱਲ ਕਰਾਂ, ਮੇਰੇ ਖਿਆਲ ਇੱਕ TMR ਬੈਲੈਂਸਿੰਗ ਹੁੰਦੀ ਹੈ ਜੀ, ਕਿ ਜੋ ਟੋਟਲ ਰਾਸ਼ਨ ਅਸੀਂ ਐਨੀਮਲ ਨੂੰ ਦਿੰਦੇ ਹਾਂ ਉਹ ਕਿਆ ਹੋਣਾ ਚਾਹੀਦਾ ਹੈ, ਜਾਨਵਰ ਦੀ ਜ਼ਰੂਰਤ ਪੂਰਾ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹੈ। ਅਗਰ ਅਸੀਂ ਉਹ ਸੋਚ ਲਈਏ ਤੇ ਉਹ ਪੂਰਾ ਕਰ ਦਈਏ ਤਾਂ ਸਾਨੂੰ ਮੇਰੇ ਖਿਆਲ ਇੱਕ ਬਹੁਤ ਹੈਲਪ ਮਿਲਦੀ ਹੈ ਕਿ ਅਸੀਂ ਵੱਡੇ ਫਾਰਮ ਵੱਲ ਵੱਧ ਸਕਦੇ ਹਾਂ। ਕਿਉਂਕਿ ਹੁਣ ਤੱਕ ਅਸੀਂ ਕੇਸਿਸ ਦੇਖੇ ਜੀ ਕਿ ਜਿੱਥੇ ਕਿ ਜਾਨਵਰ ਜੈਨੇਟਿਕ ਪੋਟੈਂਸ਼ੀਅਲ ਤੋਂ ਵੀ ਘੱਟ ਪ੍ਰੋਡਿਊਸ ਕਰਦੇ ਨੇ, ਖਾਸ ਕਰਕੇ ਛੋਟੇ ਫਾਰਮਾਂ ਕੋਲ, ਉਹਨਾਂ ਨੂੰ ਉਹ ਐਨੀਮਲ ਦੇ ਜੈਨੇਟਿਕ ਪੋਟੈਂਸ਼ੀਅਲ ਚੈਲੰਜ ਕਰਨੇ ਚਾਹੀਦੇ ਨੇ ਜੀ, ਤਾਂ ਕਿ ਵੱਧ ਤੋਂ ਵੱਧ ਦੁੱਧ ਮਿਲੇ। ਤੇ ਉਸ ਦੇ ਲਈ ਮੁੱਖ ਜੋ ਜ਼ਰੀਆ ਹੈ ਜੀ ਉਹ ਹੈਗਾ TMR ਬੈਲੈਂਸਿੰਗ। ਜੇ TMR ਬੈਲੈਂਸਿੰਗ ਦੇ ਵਿੱਚ ਅਸੀਂ ਉਹ ਤੱਤਵ ਪਾਤੇ ਜਾਂ ਜਾਨਵਰ ਨੂੰ ਆਫਰ ਕਰਦੇ ਜਿਸ ਦੀ ਉਹ ਰਿਕੁਆਇਰਮੈਂਟ ਹੈ, ਤਾਂ ਮਿਲਕ ਪ੍ਰੋਡਕਸ਼ਨ ਸਾਨੂੰ ਵੱਧ ਤੋਂ ਵੱਧ ਮਿਲੇਗੀ ਤੇ ਉਸ ਐਨੀਮਲ ਤੋਂ ਚੈਲੰਜਸ ਸਾਨੂੰ ਘੱਟ ਤੋਂ ਘੱਟ ਮਿਲਣਗੇ ਜੀ। ਇਸ ਤੋਂ ਬਿਨਾਂ ਜੇ ਮੈਂ ਗੱਲ ਕਰਾਂ, ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦੇਵਾਂ ਕਿ ਇਸ ਤਰ੍ਹਾਂ ਡਰਾਈ ਪੀਰੀਅਡ ਆਂਦਾ ਹੈ ਜੀ। ਦੇਖੋ ਜਾਨਵਰ ਜੋ ਗਾਏਂ ਹੈ ਖਾਸ ਕਰਕੇ 305 ਦਿਨ ਫਾਰਮਰ ਨੂੰ ਦੁੱਧ ਦਿੰਦੀ ਹੈ ਜੀ, ਤੇ ਉਸ ਤੋਂ ਬਾਅਦ ਜੀ ਤੇ ਆਪਣਾ ਗੁਜ਼ਾਰਾ ਖੁਦ ਕਰਦੀ ਹੈ, ਤੇ ਉਸ ਤੋਂ ਬਾਅਦ 60 ਦਿਨ ਉਸ ਨੂੰ ਮਿਲਦੇ ਨੇ ਜੀ, ਜਿਸ ਨੂੰ ਅਸੀਂ ਡਰਾਈ ਪੀਰੀਅਡ ਕਹਿੰਦੇ ਹਾਂ। ਕਿ ਡਰਾਈ ਪੀਰੀਅਡ ਦੇ ਵਿੱਚ ਫਿਰ ਫਾਰਮਰ ਨੇ ਉਸ ਜਾਨਵਰ ਦਾ ਰੱਖ ਰਖਾਵ ਅੱਛੀ ਤਰੀਕੇ ਨਾਲ ਕਰਨਾ ਹੁੰਦਾ ਹੈ। ਪਰ ਸ਼ਾਇਦ ਮੇਰੀ ਆਬਜ਼ਰਵੇਸ਼ਨ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਛੋਟੇ ਫਾਰਮਰ ਨਹੀਂ ਕਰਦੇ, ਪਰ ਸਾਡੀ ਜ਼ਿਆਦਾ ਆਬਜ਼ਰਵੇਸ਼ਨ ਇਹੀ ਰਹੀ ਹੈ ਕਿ ਛੋਟੇ ਫਾਰਮਰ ਇਸ ਪੀਰੀਅਡ ਨੂੰ ਜਾਂ ਇਸ ਪੜਾਅ ਨੂੰ ਥੋੜ੍ਹਾ ਧਿਆਨ ਦੇਣਾ ਘੱਟ ਕਰ ਦਿੰਦੇ ਨੇ, ਜਿਸ ਦੇ ਨਾਲ ਜਾਨਵਰ ਦੀ ਜਾਂ ਬਰੀਡ ਜੋ ਹੈ ਉਸ 'ਤੇ ਤਾਂ ਅਸਰ ਆਉਣਾ ਹੀ ਆਉਣਾ ਹੈ, ਬਲਕਿ ਜੋ ਨੈਕਸਟ ਲੈਕਟੇਸ਼ਨ ਹੈ, ਜੋ ਅਗਲਾ ਸੂਆ ਜਾਂ ਬਿਹਾਂਤ ਹੈ, ਉਸ ਦੇ ਮਿਲਕ ਪ੍ਰੋਡਕਸ਼ਨ 'ਤੇ ਵੀ ਅਸਰ ਪੈਂਦਾ ਹੈ। ਇਸ ਤਰ੍ਹਾਂ ਦੀਆਂ ਛੋਟੀਆਂ ਜਾਂ ਛੋਟੇ ਜੋ ਚੀਜ਼ਾਂ ਨੂੰ ਅਗਰ ਇੰਪੋਰਟੈਂਸ ਛੋਟਾ ਫਾਰਮਰ ਦੇਵੇ ਤਾਂ ਮੇਰੇ ਖਿਆਲ 'ਚ ਉਹ ਵੀ ਬੜੀ ਹੀ ਜਲਦੀ ਤੇ ਬੜੇ ਹੀ ਸੌਖੇ ਢੰਗ ਨਾਲ ਇੱਕ ਵੱਡਾ ਫਾਰਮ ਬਣ ਸਕਦਾ ਹੈ। ਤੇ ਇਸ ਦੇ ਵਿੱਚ ਆਸ਼ੀਸ਼ ਪੂਰੀ ਸਪੋਰਟ ਕਰਦੀ ਹੈ ਜੀ। ਸਾਡਾ ਪ੍ਰੋਗਰਾਮ ਹੈ ਆਸ਼ੀਸ਼ ਪ੍ਰਬੰਧਨ ਸੇਵਾਵਾਂ, ਉਸ ਦੇ ਵਿੱਚ ਅਸੀਂ ਇਹਨਾਂ ਛੋਟੇ ਫਾਰਮਰਾਂ ਵਾਸਤੇ ਸੋਚ ਰਹੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਰੋਡ ਮੈਪ ਦੇ ਅਨੁਸਾਰ ਵੱਡੇ ਪੱਧਰ ਤੇ ਲਿਆਇਆ ਜਾਵੇ। ਬਿਲਕੁਲ, ਤੁਸੀਂ ਜਿਵੇਂ ਛੋਟੀ ਚੀਜ਼ਾਂ ਦਾ ਜ਼ਿਕਰ ਕਰ ਰਹੇ ਹੋ, ਇੱਥੇ ਇਹ ਵੀ ਸਵਾਲ ਆਉਂਦਾ ਕਿ ਡੇਅਰੀ ਫਾਰਮਿੰਗ ਦੇ ਵਿੱਚ ਜਿਹੜੀਆਂ ਔਕੜਾਂ ਦਾ, ਜਿਹੜੀ ਦਿੱਕਤਾਂ ਦਾ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਪਹਿਲੇ ਤਾਂ ਉਹ ਕਿਹੜੀਆਂ ਨੇ ਤੇ ਉਹਨਾਂ ਨੂੰ ਨਜਿੱਠਣ ਲਈ ਵੀ ਅਸੀਂ ਅੱਗੇ ਭਵਿੱਖ ਵਿੱਚ ਕੁਝ ਪਲਾਨ ਕਰ ਰਹੇ? ਨਿਖਿਲ ਜੀ, ਆਈ ਲਵ ਦਿਸ ਕੁਐਸਚਨ। ਕਿਉਂਕਿ ਜਦੋਂ ਵੀ ਚੈਲੰਜਸ ਤੇ ਚੁਣੌਤੀਆਂ ਦੀ ਗੱਲ ਹੁੰਦੀ ਹੈ ਜੀ, ਤਾਂ ਸ਼ਾਇਦ ਬਹੁਤ ਸਾਰੇ ਲੋਕ ਦੇਖਦੇ ਨੇ ਕਿ ਇਹ ਔਕੜਾਂ ਨੇ, ਪਰ ਮੈਂ ਉਹਨਾਂ 'ਚ ਹਮੇਸ਼ਾ ਹੀ ਓਪਰਚੁਨਿਟੀਆਂ ਲੱਭਦਾ। ਕਿਉਂਕਿ ਜਿੱਥੇ ਚੈਲੰਜਸ ਹੈਗੇ ਨੇ ਜੀ, ਹਮੇਸ਼ਾ ਹੀ ਉੱਥੇ ਸਾਨੂੰ ਓਪਰਚੁਨਿਟੀਜ਼ ਨੇ। ਓਪਰਚੁਨਿਟੀਜ਼ ਦਾ ਮਤਲਬ ਹੈ ਕਿ ਅਸੀਂ ਉੱਥੋਂ ਮੁਨਾਫਾ ਕਮਾ ਸਕਦੇ ਹਾਂ। ਜੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਜੀ, ਕਾਫ ਤੇ ਹੀਫਰ, ਜੇ ਆਪਾਂ ਇਹਨਾਂ ਦੀ ਗਰੋਥ ਦੀ ਗੱਲ ਕਰੀਏ ਜਾਂ ਫਸਟ AI ਦੀ ਗੱਲ ਕਰੀਏ, ਤਾਂ ਮੇਰੇ ਹਿਸਾਬ ਸਿਰ ਹੁਣ ਵੀ ਛੋਟੇ ਫਾਰਮਰਾਂ ਦੀ ਗੱਲ ਕਰੀਏ ਤਾਂ ਆਲਮੋਸਟ 18 ਤੋਂ 21 ਮਹੀਨੇ ਲੱਗ ਜਾਂਦੇ ਨੇ ਜੀ ਪਹਿਲੀ AI ਹੋਣ ਨੂੰ। ਲੇਕਿਨ ਜੇ ਅਸੀਂ ਵੱਡੇ ਫਾਰਮਰਾਂ ਵੱਲ ਜਾਈਏ ਤਾਂ ਸ਼ਾਇਦ ਉਹ ਇਹੀ ਟਾਈਮ ਹੈ ਜੋ 12 ਤੋਂ 13 ਮਹੀਨੇ ਦੇ ਵਿੱਚ ਕਰ ਲੈਂਦੇ ਨੇ ਜੀ। ਇਹ ਇੱਕ ਚੈਲੰਜ ਹੈ ਕਿ ਅਸੀਂ 18 ਤੋਂ 21 ਮਹੀਨੇ ਦੀ ਫਸਟ AI ਕਰਾਈਏ ਜਾਂ ਉਸ ਨੂੰ ਪ੍ਰੂਨ ਡਾਊਨ ਕਰਕੇ 12-13 ਮਹੀਨੇ 'ਤੇ ਲਿਆਈਏ। ਜੇ ਅਸੀਂ 12-13 ਮਹੀਨੇ ਦਾ ਇਹ ਚੈਲੰਜ ਐਕਸੈਪਟ ਕਰ ਲਿਆ ਤਾਂ ਅਸੀਂ ਇਹ ਸੋਚੀਏ ਕਿ ਅਸੀਂ ਘੱਟੋ ਘੱਟ 5 ਤੋਂ 6 ਮਹੀਨੇ ਦਾ ਜੋ ਵੀ ਉਸ ਹੀਫਰ ਜਾਂ ਕਾਫ ਦਾ ਰਾਸ਼ਨ ਸੀਗਾ ਅਸੀਂ ਉਹ ਬਚਾ ਲਿਆ। ਇਹ ਓਪਰਚੁਨਿਟੀ ਹੈ, ਇਹੀ ਮੁਨਾਫਾ ਅਸੀਂ ਕਮਾਇਆ। ਇਸ ਤੋਂ ਬਿਨਾਂ ਜੇ ਮੈਂ ਗੱਲ ਹੋਰ ਕਰਾਂ, ਚੈਲੰਜਸ ਬਿਲਕੁਲ ਫਿਊਚਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਚੈਲੰਜਸ ਕੁਝ ਜ਼ਿਆਦਾ ਚੇਂਜ ਹੋਣਗੇ। ਸ਼ਾਇਦ ਥੋੜ੍ਹਾ ਬਹੁਤਾ ਚੇਂਜ ਹੋਣ, ਲੇਕਿਨ ਚੈਲੰਜਸ ਇਹੀ ਰਹਿੰਦੇ ਨੇ ਜੀ। ਕਾਫ ਤੇ ਹੀਫਰ ਦੀ ਗਰੋਥ ਦੀ ਮੈਂ ਗੱਲ ਕੀਤੀ ਹੈ। ਉਸ ਤੋਂ ਬਿਨਾਂ ਰੀਪਰੋਡਕਸ਼ਨ ਜਾਂ ਰਿਪੀਟ ਬਰੀਡਿੰਗ ਦਾ ਇੱਕ ਇਸ਼ੂ, ਅਸੀਂ ਇਸ 'ਤੇ ਸ਼ਾਇਦ ਇੱਕ ਐਪੀਸੋਡ ਵੀ ਪੂਰਾ ਕਰਿਆ ਸੀਗਾ ਜੀ। ਉਸ ਤੋਂ ਬਾਅਦ ਅਗਰ ਮੈਂ ਮਸਟਾਈਟਸ ਦੀ ਗੱਲ ਕਰੀਏ ਤਾਂ ਐਕਸਪਰਟਸ ਕਹਿੰਦੇ ਨੇ ਜੀ ਕਿ
ਆਪਣੇ ਸੂਬਿਆਂ ਦੇ ਵਿੱਚ ਤਕਰੀਬਨ ਹਰੇਕ ਫਾਰਮ ਤੇ ਸਬ ਕਲੀਨਿਕਲ ਮਸਟਾਈਟਸ ਹੈਗਾ, ਸਮੈਟਿਕ ਸੈੱਲ ਕਾਊਂਟ ਜ਼ਿਆਦਾ ਹੈਗਾ। ਜੇ ਸਮੈਟਿਕਲ ਸੈੱਲ ਕਾਊਂਟ ਜ਼ਿਆਦਾ ਹੈ ਤਾਂ ਇਸ ਦਾ ਮਤਲਬ ਮਿਲਕ ਪ੍ਰੋਡਕਸ਼ਨ ਘੱਟ ਹੈ ਜੀ। ਜੇ ਅਸੀਂ ਚੈਲੰਜ ਕਰੀਏ ਕਿ ਸਮੈਟਿਕ ਸੈੱਲ ਕਾਊਂਟ ਘਟਾਉਣਾ ਹੈ ਤਾਂ ਆਟੋਮੈਟਿਕਲੀ ਸਾਡੀ ਮਿਲਕ ਪ੍ਰੋਡਕਸ਼ਨ ਵਧੇਗੀ ਤੇ ਸਾਨੂੰ ਮੁਨਾਫਾ ਮਿਲੇਗਾ ਜੀ। ਇਸ ਤੋਂ ਬਿਨਾਂ ਅੱਜ ਸ਼ਾਇਦ ਕੋਵਿਡ-19 ਦਾ ਟਾਈਮ ਹੈਗਾ ਜੀ, ਅਸੀਂ ਦੇਖਿਆ ਕਿ ਇਸ ਟਾਈਮ ਤੇ ਕਹਿੰਦੇ ਕਿ ਸੋਸ਼ਲ ਡਿਸਟੈਂਸਿੰਗ ਹੋਣੀ ਚਾਹੀਦੀ ਹੈ, ਲੇਕਿਨ ਅਗਰ ਮੈਂ ਪੋਲਟਰੀ ਜਾਂ ਲਾਈਵ ਸਟਾਕ ਦੀ ਗੱਲ ਕਰਾਂ ਜੀ ਤਾਂ ਬਾਇਓਸਿਕਿਉਰਿਟੀ ਨਾਮ ਦਾ ਵਰਡ ਬਹੁਤ ਪਹਿਲਾਂ ਤੋਂ ਆਇਆ, ਲੇਕਿਨ ਮੈਂ ਅੱਜ ਆਪਣੇ ਕਿਸਾਨ ਵੀਰਾਂ ਤੇ ਦੇਖਦਾ ਹਾਂ ਕਿ ਬਾਇਓਸਿਕਿਉਰਿਟੀ ਦਾ ਕੰਮ ਜਾਂ ਉਸ ਤੇ ਫੋਕਸ ਨਹੀਂ ਹੈ। ਇਹ ਇੱਕ ਵੱਡਾ ਮੈਂ ਕਹਿ ਸਕਦਾ ਕਿ ਇੱਕ ਵੱਡਾ ਕਾਰਨ ਹੈ ਜੀ, ਜੋ ਕਿ ਇੱਕ ਬਲਾਸਟ ਕਰ ਸਕਦਾ ਕਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ। ਅਸੀਂ ਇਸ ਨੂੰ ਫੋਕਸ ਕਰਨਾ ਕੀ ਹੈ। ਜਿੱਥੇ ਤੱਕ ਨਿਖਿਲ ਜੀ ਸਾਡੀ ਕੰਪਨੀ ਆਸ਼ੀਸ਼ ਦੇ ਬਾਰੇ ਦੀ ਗੱਲ ਹੈ, ਅਸੀਂ ਵੀ ਇਹ ਸਮਝ ਰਹੇ ਹਾਂ, ਇਸੇ ਕਰਕੇ ਅਸੀਂ ਬਹੁਤ ਸਾਰੇ ਅਵੇਅਰਨੈਸ ਸੈਸ਼ਨਸ ਲਗਾਏ ਨੇ ਜੀ। ਪਰ ਅਸੀਂ ਹੁਣ ਇਹ ਥੋੜ੍ਹਾ ਸਮਝਣਾ ਸ਼ੁਰੂ ਕਰ ਰਹੇ ਹਾਂ ਕਿ ਸਿਰਫ ਅਵੇਅਰਨੈਸ ਸੈਸ਼ਨ ਹੀ ਸਿੰਗਲ ਹੈਂਡਡਲੀ ਕੁਝ ਨਹੀਂ ਕਰ ਸਕਦੇ, ਸਾਨੂੰ ਇੱਕ ਕੰਪਲੀਟ ਪੈਕੇਜ ਦੇਣਾ ਪੈਣਾ ਹੈ ਫਾਰਮਰ ਨੂੰ। ਇਸੇ ਕਰਕੇ ਅਸੀਂ ਵਰਕਿੰਗ ਕਰ ਰਹੇ ਹਾਂ ਕਿ ਅਸੀਂ ਆਉਣ ਵਾਲੇ ਟਾਈਮ 'ਚ ਵੀ ਜੀ ਇੱਕ ਸੋਲਿਊਸ਼ਨ ਪ੍ਰੋਵਾਈਡਡ ਕੰਪਨੀ ਬਣੀਏ ਅੰਡਰ ਵਨ ਰੂਫ, ਜਿੱਥੇ ਅਸੀਂ ਅਵੇਅਰਨੈਸ ਸੈਸ਼ਨ ਦੇ ਨਾਲ ਅਸੀਂ ਉਹਨਾਂ ਨੂੰ ਪੂਰਾ ਪੈਕੇਜ ਦੇਈਏ ਤਾਂ ਕਿ ਜੋ ਫਾਰਮਰ ਦੇ ਚੈਲੰਜਸ ਹੈ ਉਹਨਾਂ ਨੂੰ ਐਡਰੈਸ ਕਰ ਸਕੀਏ ਤੇ ਉਹਨੂੰ ਮੁਨਾਫਾ ਫਾਰਮਰਾਂ ਤੱਕ ਪਹੁੰਚਾ ਸਕੀਏ। ਬਿਲਕੁਲ ਸਰ, ਇਹੋ ਜਿਹੇ ਉਪਰਾਲੇ ਹੋਰ ਮੈਨੂੰ ਲੱਗਦਾ ਹੋਣੇ ਚਾਹੀਦੇ ਨੇ, ਕਿਉਂਕਿ ਇਹ ਉਪਰਾਲਿਆਂ ਦਾ ਮਕਸਦ ਰਹਿੰਦਾ ਕਿ ਕਿਸਾਨ ਵੀਰ ਜੋ ਨੇ ਉਹਨਾਂ ਲਈ ਚਾਨਣ ਮੁਨਾਰਾ ਬਣਨਾ ਤੇ ਉਹਨਾਂ ਦੇ ਮਨਾਂ ਵਿੱਚ ਜੋ ਸਵਾਲ ਹੁੰਦੇ ਨੇ, ਜੋ ਔਂਕੜਾਂ ਉਹਨਾਂ ਨੂੰ ਆਉਂਦੀਆਂ ਨੇ, ਉਹ ਸਿੱਧਾ ਐਕਸਪਰਟਸ ਤੱਕ ਪਹੁੰਚਾਉਣੀਆਂ। ਇੱਥੇ ਵੇਲੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਅਸੀਸ ਪ੍ਰਬੰਧਕ ਸੇਵਾਵਾਂ ਬਾਰੇ ਵੀ ਕਰਾਂਗੇ ਗੱਲ। ਬਸ ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਕਿਸਾਨ ਵੀਰੋ, ਜਿਵੇਂ ਅਸੀਂ ਕਿਹਾ ਕਿ ਝਾਤ ਪਾਉਂਦੇ ਹਾਂ ਅਸੀਸ ਵੱਲੋਂ ਦਿੱਤੀਆਂ ਜਾ ਰਹੀਆਂ ਪ੍ਰਬੰਧਨ ਸੇਵਾਵਾਂ ਤੇ ਉਹਨਾਂ ਪ੍ਰਬੰਧਨ ਸੇਵਾਵਾਂ ਦਾ ਹੀ ਮੁੱਖ ਹਿੱਸਾ ਹੈ ਤਕਨੀਕੀ ਸੇਵਾਵਾਂ, ਜਿਸ ਦਾ ਜਾਇਜ਼ਾ ਲੈਣ ਲਈ ਅਸੀਂ ਆ ਪੁੱਜੇ ਹਾਂ ਅਸੀਸ ਦੇ ਮੋਗਾ ਪਲਾਂਟ ਵਿਖੇ। ਤੇ ਹੁਣ ਅਸੀਂ ਅਸੀਸ ਦੀ ਜੋ ਲੈਬ ਹੈ ਜਿੱਥੋਂ ਤਕਨੀਕੀ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਆਪ ਪਹੁੰਚੇ ਹਾਂ। ਅਸੀਂ ਤੁਹਾਨੂੰ ਕੁਝ ਇੰਸਟਰੂਮੈਂਟਸ ਬਾਰੇ ਦੱਸਾਂਗੇ ਜੋ ਕਿ ਸਾਡੇ ਬਿਗੇਸਟ ਐਸੈਟ ਨੇ। ਜਿਸ ਤਰ੍ਹਾਂ ਇਹ NIR ਹੈਗਾ ਜੀ, ਨੀਅਰ ਇਨਫਰਾਰੈਡ ਸਿਸਟਮ, USA ਬੇਸਡ ਟੈਕਨੋਲੋਜੀ ਹੈ ਜੀ, ਠੀਕ ਹੈ। ਇਹਦੇ ਵਿੱਚ ਆਪਾਂ ਕੋਈ ਵੀ ਫੀਡ ਵਿੱਚ ਇਸਤੇਮਾਲ ਹੋਣ ਵਾਲਾ ਇਨਗਰੀਡੀਐਂਟ ਵੀ ਯੂਜ਼ ਆਪਾਂ ਟੈਸਟ ਕਰ ਸਕਦੇ ਔਰ ਆਪਾਂ ਫੀਡ ਵੀ ਟੈਸਟ ਕਰ ਸਕਦੇ। ਇਹ ਸੈਂਪਲ ਲੋਡ ਕਰ ਰਹੇ ਹੈਗੇ ਆਪਾਂ ਕੱਪ ਦੇ ਵਿੱਚ। ਅਰਾਊਂਡ 30 ਤਰ੍ਹਾਂ ਦੇ ਪੈਰਾਮੀਟਰ ਆਪਾਂ ਨੂੰ ਰਿਜ਼ਲਟ ਦਿੰਦਾ ਹੈਗਾ, ਮੈਂ ਤੁਹਾਨੂੰ ਦਿਖਾਵਾਂਗਾ। ਉਹਦੇ ਵਿੱਚੋਂ ਕੁਝ ਜਿੱਦਾਂ ਨਮੀ ਦੀ ਮਾਤਰਾ, ਪ੍ਰੋਟੀਨ ਦੀ ਮਾਤਰਾ, ਤੇਲ ਦੀ ਮਾਤਰਾ, ਫਾਈਬਰ ਜਿਹੜਾ ਰੇਸ਼ੇ ਦੀ ਮਾਤਰਾ ਜਾਂ ਮਿੱਟੀ ਦੀ ਮਾਤਰਾ ਕਿੰਨੀ ਹੈਗੀ ਇਸ ਸੈਂਪਲ ਦੇ ਵਿੱਚ ਆਪਣੇ ਸਾਹਮਣੇ ਰਿਜ਼ਲਟ ਆ ਰਹੇ ਹੈਗੇ ਜੀ। ਤੇ ਇਹਦਾ ਨਾਲ ਜਦੋਂ ਇਹਨੂੰ ਸੈਂਪਲ ਰਿਪੋਰਟ ਤੁਸੀਂ ਕਰਦੇ ਹੋ ਫਿਰ ਕਿਸਾਨ ਵੀਰਾਂ ਤੱਕ ਪਹੁੰਚਾਉਂਦੇ ਹੋ ਤੇ ਉਹਨਾਂ ਨੂੰ ਇਹਦੇ ਬਾਰੇ ਫਿਰ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਜੀ। ਅਗਰ ਉਹਦੇ ਵਿੱਚ ਕੋਈ ਵੀ ਚੀਜ਼ ਅਨਬੈਲੈਂਸਡ ਹੈਗੀ ਹੈ, ਇੱਕ ਤਾਂ ਅਸੀਂ ਆਪਣੇ ਪ੍ਰੋਡਕਟ ਦੀ ਜਾਣਕਾਰੀ ਦਿੰਦੇ ਹੈਗੇ ਆ ਕਿ ਅਸੀਂ ਜਿਹੜੀ ਸਾਡਾ ਇੱਕ ਪ੍ਰੋਡਕਟ ਹੈ, ਸਪੋਜ਼ ਇੱਕ ਡਾਇਮੰਡ ਪੈਲਟ ਹੈ, ਉਹਦੇ ਵਿੱਚ ਸਾਡਾ 22% ਪ੍ਰੋਟੀਨ ਹੈ ਜਾਂ 4% ਫੈਟ ਹੈ, ਅਸੀਂ ਉਹ ਵੀ ਇਹਦੇ ਨਾਲ ਟੈਸਟ ਕਰ ਸਕਦੇ ਹਾਂ। ਅਸੀਂ ਦੱਸ ਸਕਦੇ ਹਾਂ ਕਿ ਸਾਡੀ ਪ੍ਰੋਡਕਟ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਇਹ ਹੈਗੀ ਹੈ। ਜਿਸ ਤਰ੍ਹਾਂ ਕਿ ਇਸ ਸੈਂਪਲ ਦੀ ਰਿਪੋਰਟ ਆਪਣੇ ਕੋਲੇ ਆ ਚੁੱਕੀ ਹੈ ਜੀ। ਨਮੀ ਦੀ ਮਾਤਰਾ ਹੈਗੀ ਇਹਦੇ ਵਿੱਚ, ਪ੍ਰੋਟੀਨ ਦੀ ਮਾਤਰਾ, ਰੇਸ਼ੇ ਦੀ ਮਾਤਰਾ, ਠੀਕ ਹੈ ਜੀ, ਮਿੱਟੀ ਦੀ ਮਾਤਰਾ ਔਰ ਫੈਟ ਦੀ ਮਾਤਰਾ, ਤੇਲ ਦੀ ਕਿੰਨੀ ਮਾਤਰਾ ਹੈਗੀ, ਪੂਰੀ ਕੰਪੋਜੀਸ਼ਨ ਆਪਣੇ ਕੋਲੇ ਇਸ ਕੈਟਲ ਫੀਡ ਸੈਂਪਲ ਦੀ ਆ ਗਈ ਹੈ। ਔਰ ਤੁਸੀਂ ਇਹ ਦੇਖ ਸਕਦੇ ਆ ਕਿ ਕਿੰਨੀ ਫਾਸਟ ਟੈਸਟਿੰਗ ਆ। ਅਗਰ ਆਪਾਂ ਇਸ ਇੰਸਟਰੂਮੈਂਟ ਤੋਂ ਬਿਨਾਂ ਆਪਾਂ ਅਗਰ ਟੈਸਟਿੰਗ ਕਰਦੇ ਹਾਂ ਤਾਂ ਇਹ ਰਿਪੋਰਟਸ ਵਾਸਤੇ ਆਪਾਂ ਨੂੰ 12 ਤੋਂ 14 ਘੰਟੇ ਦਾ ਟਾਈਮ ਵੀ ਲੱਗ ਸਕਦਾ, ਬਟ ਸਾਡੇ ਕੋਲੇ ਜਿਹੜੀ ਐਨਾਲਿਸਿਸ ਰਿਪੋਰਟ ਆ ਰਹੀ ਹੈ ਉਹ ਸਿਰਫ 45 ਸੈਕਿੰਡ ਦੇ ਵਿੱਚ ਆ ਰਹੀ ਹੈ। ਉਹਦਾ ਕਾਰਨ ਕੀ, ਸਾਡੇ ਕੋਲੇ ਫੋਸ ਦਾ NIR ਅਸੀਂ ਇੱਥੇ ਸੈਟਅਪ ਕੀਤਾ ਹੋਇਆ ਲੈਬ ਦੇ ਵਿੱਚ। ਇਸ ਤੋਂ ਇਲਾਵਾ ਹੁਣ ਹੋਰ ਕਿਹੜੀ ਤਕਨੀਕੀ ਸੇਵਾ? ਹਾਂਜੀ, ਇੱਕ ਸਾਡਾ ਮੇਜਰ ਟੈਸਟ ਹੈਗਾ ਜੀ, ਜਿਹੜਾ ਅਸੀਂ ਫੀਡ ਸਪਲਾਈ ਕਰਨ ਤੋਂ ਪਹਿਲਾਂ ਅਸੀਂ ਇਨਸ਼ੋਰ ਕਰਦੇ ਹਾਂ ਐਫਲਾਟੌਕਸਿਨ, ਜਿਹਨੂੰ ਉੱਲੀ ਜ਼ਹਿਰ ਦਾ ਆਪਾਂ ਬੇਸਿਕਲੀ ਪੰਜਾਬੀ 'ਚ ਉੱਲੀ ਜ਼ਹਿਰ ਕਹਿ ਦਿੰਦੇ ਹਾਂ, ਅਸੀਂ ਐਫਲਾਟੌਕਸਿਨ ਕਹਿੰਦੇ ਹੈਗੇ, ਠੀਕ ਹੈ ਜੀ। ਉਹ ਟੈਸਟ ਕਰਨ ਵਾਸਤੇ ਸਾਡੇ ਕੋਲੇ ਮਸ਼ੀਨ ਲੱਗੀ ਹੋਈ ਆ, ਤੁਹਾਨੂੰ ਮੈਂ ਉਹ ਵੀ ਦਿਖਾਉਣਾ ਚਾਹਾਂਗਾ। ਇਹ ਸਾਡੇ ਕੋਲੇ ਇਨਸਟਰੂਮੈਂਟ ਲੱਗਿਆ ਹੋਇਆ ਜੀ, ਪ੍ਰੋਗਨੋਸਿਸ ਬਾਇਓਟੈਕ, ਗ੍ਰੀਸ ਕੰਟਰੀ ਤੋਂ ਅਸੀਂ ਇੰਪੋਰਟ ਕੀਤੀ ਹੈਗੀ ਜੀ ਇਹ ਮਸ਼ੀਨ। ਇਹ ਮੇਨਲੀ ਐਫਲਾਟੌਕਸਿਨ ਐਨਾਲਿਸਿਸ ਵਾਸਤੇ ਹੈ। ਜਿਸ ਤਰ੍ਹਾਂ ਕੈਟਲ ਫੀਡ ਦੇ ਵਿੱਚ ਜਿਹੜੇ ਅਨਾਜ ਇਸਤੇਮਾਲ ਕੀਤੇ ਜਾਂਦੇ, ਉਹਦੇ ਵਿੱਚ ਆਮ ਆਪਾਂ ਨੂੰ ਉੱਲੀ ਦੇਖਣ ਨੂੰ ਮਿਲਦੀ ਹੈ। ਉਹ ਉੱਲੀ ਕਈ ਤਰ੍ਹਾਂ ਦੇ ਇੱਕ ਟੌਕਸਿਨਸ ਪ੍ਰੋਡਿਊਸ ਕਰਦੀ ਹੈ ਜਦੋਂ ਕਿਸੇ ਵੀ ਅਨਾਜ ਦੇ ਵਿੱਚ ਹੁੰਦੀ ਹੈ। ਉਹਦੇ ਵਿੱਚੋਂ ਇੱਕ ਜ਼ਹਿਰ ਨੂੰ ਅਸੀਂ ਨਾਮ ਦਿੰਦੇ ਹੈਗੇ ਐਫਲਾਟੌਕਸਿਨ ਦਾ, ਠੀਕ ਹੈ ਜੀ। ਉਹ ਟੈਸਟ ਕਰਨ ਵਾਸਤੇ ਹੈ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਸਟੈਪਸ ਹੁੰਦੀਆਂ ਨੇ ਜਿਨ੍ਹਾਂ ਨਾਲ ਇਹਨਾਂ ਨੂੰ ਟੈਸਟ ਕੀਤਾ ਜਾਂਦਾ ਹੈਗਾ, ਠੀਕ ਹੈ ਜੀ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਕਿ 3 ਸੈਂਪਲ ਆਪਾਂ ਐਫਲਾਟੌਕਸਿਨ ਵਾਸਤੇ ਟੈਸਟ ਕੀਤੇ ਹੈਗੇ, ਠੀਕ ਹੈ ਜੀ। ਇਹਨਾਂ ਦੇ ਜਿਹੜੇ ਰਿਜ਼ਲਟਸ ਹੈਗੇ ਆ ਉਹ ਆਪਾਂ ਨੂੰ ਇੱਧਰ ਲੈਪਟਾਪ ਦੇ ਉੱਪਰ ਡਿਸਪਲੇ ਹੋ ਰਹੇ ਹੈਗੇ ਆ। ਇੱਕ ਸੈਂਪਲ ਦੇ ਵਿੱਚ ਐਫਲਾਟੌਕਸਿਨ 5.05, ਠੀਕ ਹੈ, ਇੱਕ ਕੈਟਲ ਫੀਡ ਦਾ ਸੈਂਪਲ ਹੈ।
ਦੂਸਰੇ ਸੈਂਪਲ ਦੇ ਵਿੱਚ 3.1, ਤੀਸਰੇ ਸੈਂਪਲ ਦੇ ਵਿੱਚ 10.61। ਅਸੀਂ ਜਿਹੜੇ ਸਪੈਸੀਫਿਕੇਸ਼ਨ ਮੇਨਟੇਨ ਕਰਦੇ ਹਾਂ ਕਿ ਐਫਲਾਟੌਕਸਿਨ ਕੈਟਲ ਫੀਡ ਦੇ ਅੰਦਰ 20 ppb ਤੋਂ ਘੱਟ ਰਹਿਣਾ ਚਾਹੀਦਾ। ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਬਟ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ, ਅਸੀਂ ਇਹਦੀ ਮੋਨੀਟਰਿੰਗ ਕਰ ਸਕਦੇ ਹਾਂ। ਉਹ ਮੋਨੀਟਰਿੰਗ ਕਰਨ ਵਾਸਤੇ ਅਸੀਂ ਇਹ ਇਨਸਟਰੂਮੈਂਟ ਐਡ ਕੀਤਾ ਹੈਗਾ। ਔਰ ਇਸ ਇਨਸਟਰੂਮੈਂਟ ਦੀ ਵੀ ਇੱਕ ਖਾਸੀਅਤ ਹੈ ਜੀ, ਇਹ ਵੀ ਰੈਪਿਡ ਟੈਸਟਿੰਗ ਕਰਦਾ ਹੈਗਾ, ਮਤਲਬ ਵਿਦਿਨ 10 to 15 ਮਿੰਟਸ ਆਪਾਂ ਨੂੰ ਰਿਪੋਰਟਸ ਆਪਾਂ ਨੂੰ ਮਿਲ ਜਾਂਦੀਆਂ। ਮਤਲਬ ਕਿ ਇੱਥੇ ਸਾਰਾ ਜਿਹੜਾ ਇਹਨੂੰ ਲੈ ਕੇ ਜੋ ਸਾਰੀ ਫੈਸਿਲਿਟੀਜ਼ ਨੇ ਉਹ ਇੱਥੇ ਮੌਜੂਦ ਨੇ, ਤੇ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਫਿਰ ਤੇ ਜੋ ਕੰਜ਼ਿਊਮਰ ਹੈ ਜੋ ਉਸ ਨੂੰ ਲੈ ਰਿਹਾ ਉਹਦੀ ਸਿਹਤ ਵਾਸਤੇ ਵੀ ਤੇ ਪਸ਼ੂ ਦੀ ਸਿਹਤ ਵਾਸਤੇ। ਬਿਲਕੁਲ, ਕਿਉਂਕਿ ਦੇਖੋ ਇੱਕ ਦੁੱਧ ਦੀ ਕੁਆਲਿਟੀ ਨੂੰ ਜਿਹੜਾ ਮੰਨਿਆ ਜਾਂਦਾ ਹੈ ਕਿ ਉਹਦੇ ਅਗਰ ਫੈਟ ਅੱਛਾ ਹੈਗਾ ਤਾਂ SNF ਅੱਛਾ, ਉਹਨੂੰ ਦੁੱਧ ਦੀ ਕੁਆਲਿਟੀ ਮੰਨਿਆ ਜਾਂਦਾ, ਵਧੀਆ ਕੁਆਲਿਟੀ ਮੰਨਿਆ ਜਾਂਦਾ। ਪਰ ਅਸੀਂ ਦੁੱਧ ਦੀ ਕੁਆਲਿਟੀ ਉਹਨੂੰ ਵਧੀਆ ਮੰਨਦੇ ਹਾਂ ਜਿਹਦੇ ਵਿੱਚ ਐਫਲਾਟੌਕਸਿਨ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ, ਐਂਟੀਬਾਇਓਟਿਕਸ ਵਗੈਰਾ ਵੀ ਘੱਟ ਹੋਣੇ ਚਾਹੀਦੇ। ਉਹ ਸਾਡੇ ਐਂਡ ਤੇ ਫੀਡ ਦਾ ਤਾਂ ਸੋਰਸ ਨਹੀਂ ਹੁੰਦਾ ਐਂਟੀਬਾਇਓਟਿਕ, ਬਟ ਅਸਲੀ ਜਿਹੜੀ ਦੁੱਧ ਦੀ ਕੁਆਲਿਟੀ ਹੈ ਉਹ ਹੀ ਹੈ ਐਂਟੀਬਾਇਓਟਿਕ ਫ੍ਰੀ, ਪੈਸਟੀਸਾਈਡ ਫ੍ਰੀ ਔਰ ਐਫਲਾਟੌਕਸਿਨ ਫ੍ਰੀ। ਹੁਣ ਅਸੀਂ ਪਿੰਡ ਲਹਿਰਾ ਬੇਟ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆ ਪੁੱਜੇ ਹਾਂ ਇੱਕ ਫਾਰਮ ਦੇ ਉੱਤੇ, ਤੇ ਸਾਡੇ ਨਾਲ ਅਸੀਸ ਤੋਂ ਡਾਕਟਰ ਲਖਵੀਰ ਸਿੰਘ ਤੇ ਡਾਕਟਰ ਸੁਮਿਤ ਨੇ। ਜੀ ਆਇਆਂ ਨੂੰ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਇੱਥੇ ਅਸੀਂ ਡਾਕਟਰ ਸਾਹਿਬ ਹੁਣ ਫਾਰਮ ਤੇ ਆਏ ਆ, ਤੇ ਫਾਰਮ ਤੇ ਅਸੀਸ ਵੱਲੋਂ ਜਿਹੜੀਆਂ ਤਕਨੀਕੀ ਸੇਵਾਵਾਂ ਜਾਂ ਜੋ ਵੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਉਸ ਬਾਰੇ ਪਹਿਲੇ ਤੇ ਤੁਹਾਡੇ ਤੋਂ ਜਾਣਕਾਰੀ ਚਾਹਾਂਗੇ ਤੇ ਫਿਰ ਉਹਨੂੰ ਵੇਖਣਾ ਵੀ ਚਾਹਾਂਗੇ। ਹਾਂਜੀ ਬਿਲਕੁਲ, ਅਸ਼ੀਸ਼ ਵੱਲੋਂ ਜਿਹੜੀਆਂ ਸੇਵਾਵਾਂ ਨੇ ਫਾਰਮ ਦੇ ਉੱਪਰ ਦਿੱਤੀਆਂ ਜਾਂਦੀਆਂ, ਜੇ ਉਹਨਾਂ ਦੀ ਗੱਲ ਕਰੀਏ ਤਾਂ ਸਟਾਰਟਿੰਗ ਹੁੰਦੀ ਆ ਜਿਹੜਾ ਆਪਾਂ TMR ਪਸ਼ੂ ਨੂੰ ਖਾਣ ਨੂੰ ਦੇ ਰਹੇ ਹਾਂ ਉਹਦੀ ਬੈਲੈਂਸਿੰਗ ਤੋਂ ਲੈ ਕੇ ਜਿਹੜੀਆਂ ਬਾਕੀ ਸੇਵਾਵਾਂ ਨੇ ਉਹਦੇ ਵਿੱਚ ਜੇਕਰ ਪਸ਼ੂ ਕਿਸੇ ਤਰ੍ਹਾਂ ਦੀ ਬਿਮਾਰੀ ਨਾਲ ਗ੍ਰਸਤ ਹੈ ਜਾਂ ਕੋਈ ਦਿੱਕਤ ਹੈ ਉਹਦੇ ਨਾਲ ਰਿਲੇਟਡ ਸਾਰੀਆਂ ਜਿਹੜੀਆਂ ਸੇਵਾਵਾਂ ਉਹ ਫਾਰਮਰ ਨੂੰ ਫ੍ਰੀ ਆਫ ਕਾਸਟ ਦਿੱਤੀਆਂ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਇਹ ਇੱਕ ਫਾਰਮ ਤੇ ਆਪਾਂ ਪਹੁੰਚੇ ਹਾਂ, ਤਾਂ ਇਸ ਫਾਰਮ ਦਾ ਜਿਹੜਾ ਆਪਾਂ ਇੱਕ ਟੋਟਲ TMR ਬਣਾਵਾਂਗੇ ਉਹਦੇ ਲਈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਈਲੇਜ ਆ, ਅਸੀਂ ਇਹਦਾ ਵੇਟ ਕਰ ਰਹੇ ਹਾਂ, ਇਹ ਕਿੰਨੇ ਇਹਦਾ ਵੇਟ ਸਾਈਲੇਜ ਦਾ ਹੋਇਆ। ਇਸ ਤਰ੍ਹਾਂ ਸਾਡੇ ਕੋਲ ਗ੍ਰੀਨ ਫਾਡਰ ਆ, ਇਹਦਾ ਵੇਟ ਕਰਾਂਗੇ। ਤੂੜੀ ਹੈ ਜਿਹੜੀ ਆਪਾਂ ਵੀਟ ਸਟਾਕ ਕਹਿੰਦੇ ਆ, ਉਹਦਾ ਵੇਟ ਕਰਾਂਗੇ। ਵੇਟ ਕਰਨ ਤੋਂ ਉਪਰੰਤ ਆਪਾਂ ਉਹਦਾ ਇੱਕ ਟੋਟਲ TMR ਬਣਾਵਾਂਗੇ ਪਸ਼ੂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ। ਇਹ ਸਾਡੇ ਲਈ ਬਹੁਤ ਬੈਨੀਫੀਸ਼ੀਅਰੀ ਹੈ। ਇਹਦੇ ਨਾਲ ਆਪਾਂ ਪਸ਼ੂ ਦੀ ਜਿਹੜੀ ਪਸ਼ੂ ਦੀ ਦੁੱਧ ਦੇਣ ਦੀ ਕਪੈਸਿਟੀ ਆ ਜਾਂ ਪਸ਼ੂ ਦੀ ਸਿਹਤ ਆ ਉਹਦੇ ਨਾਲ ਹਿਸਾਬ ਕਿਤਾਬ ਲਾ ਕੇ ਆਪਾਂ ਇੱਕ ਬੈਲੈਂਸ ਡਾਈਟ ਉਹਨੂੰ ਪ੍ਰੋਵਾਈਡ ਕਰ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਸਾਡੇ ਕੋਲੇ ਇੱਕ ਔਨ ਫਾਰਮ ਐਨਾਲਾਈਜ਼ਰ ਆ ਜਿਹੜਾ ਫਾਰਮ ਤੇ ਹੀ ਅਸੀਂ ਟੈਸਟਿੰਗ ਕਰ ਸਕਦੇ ਹਾਂ। ਇਹ ਇੱਕ ਪੋਰਟੇਬਲ ਔਨ ਫਾਰਮ ਐਨਾਲਾਈਜ਼ਰ ਆ ਜਿਹਦਾ ਕੰਮ ਆ ਕਿ ਜਿੰਨਾ ਵੀ ਆਪਾਂ ਫਾਰਮ ਦੇ ਉੱਪਰ ਜਿਸ ਤਰ੍ਹਾਂ ਚਾਰ ਤੁਸੀਂ ਦੇਖ ਰਹੇ ਹੋ ਇਹ ਜਾਂ ਤੂੜੀ ਹੈ ਜਾਂ ਹਰਾ ਪੱਠਾ ਜਾਂ ਕੋਈ ਹੋਰ ਆਪਾਂ ਰਾ ਮਟੀਰੀਅਲ ਦੀ ਵਰਤੋਂ ਫਾਰਮਰ ਕਰਦਾ, ਉਹਦੀ ਫਾਰਮ ਦੇ ਉੱਪਰ ਹੀ ਅਸੀਂ ਟੈਸਟ ਕਰਦੇ ਹਾਂ। ਅਤੇ ਲਗਭਗ 5-7 ਮਿੰਟ ਦੇ ਵਿੱਚ ਇੱਕ ਰਿਪੋਰਟ ਜਨਰੇਟ ਹੁੰਦੀ ਹੈ ਜਿਹੜੀ ਬਿਲਕੁਲ ਅਥੈਂਟੀਕੇਟਡ ਰਿਪੋਰਟ ਹੈ, ਜਿਹਦੇ ਨਾਲ ਸਾਨੂੰ ਕਾਫੀ ਮਦਦ ਮਿਲਦੀ ਹੈ ਇੱਕ ਫਾਰਮ 'ਤੇ ਪ੍ਰੋਪਰ ਰਾਸ਼ਨਿੰਗ ਕਰਨ ਦੀ। ਇੱਕ ਦੁਧਾਰੂ ਪਸ਼ੂ ਦਾ ਜਾਂ ਟ੍ਰਾਂਜ਼ਿਟ ਪਸ਼ੂ ਦਾ ਜਾਂ ਕਿਸੇ ਵੀ ਤਰ੍ਹਾਂ ਦੇ ਪਸ਼ੂ ਦਾ ਆਪਾਂ ਰਾਸ਼ਨ ਬੈਲੈਂਸ ਕਰਨਾ ਉਹਦੇ 'ਚ ਬਹੁਤ ਹੀ ਜ਼ਿਆਦਾ ਇਹ ਹੈਲਪਫੁਲ ਹੈ। ਮਤਲਬ ਅਸੀਸ ਵੱਲੋਂ ਇਹ ਵੀ ਜਿਹੜੀ ਸਰਵਿਸ ਹੈ ਉਹ ਮੁਫਤ ਹੈ? ਬਿਲਕੁਲ ਮੁਫਤ ਹੈ ਜੀ, ਫਾਰਮ ਉੱਪਰ ਅਸੀਂ ਜਾ ਕੇ ਸਰਵਿਸ ਦਿੰਦੇ ਹਾਂ। ਮੇਰਾ ਪਿੰਡ 'ਚ ਡੇਅਰੀ ਫਾਰਮ, ਮੈਂ ਅਸੀਸ ਫੀਡ ਨਾਲ ਪਿਛਲੇ ਕਾਫੀ ਲੰਮੇ ਟਾਈਮ ਤੋਂ ਜੁੜਿਆ ਹੋਇਆ। ਇਹਨਾਂ ਦੀ ਟੈਕਨੀਕਲ ਸਰਵਿਸ ਜਿੰਨੀਆਂ ਵੀ ਹੈਗੀਆਂ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਇਹਨਾਂ ਦੇ ਡਾਕਟਰ ਸਮੇਂ-ਸਮੇਂ 'ਤੇ ਪਹੁੰਚ ਕੇ ਪੂਰਾ ਸਾਨੂੰ ਜੋ ਵੀ ਇਹਦੇ ਬਾਰੇ ਜਾਣਕਾਰੀ ਦਿੰਦੇ ਆ, ਜੋ ਵੀ ਸਾਡਾ ਟ੍ਰੀਟਮੈਂਟ ਹੋਣ ਵਾਲਾ ਹੁੰਦਾ ਉਹ ਐ ਵਧੀਆ ਤਰੀਕੇ ਨਾਲ ਕਰਦੇ ਆ, ਬਿਲਕੁਲ ਫ੍ਰੀ ਕਰਦੇ ਆ ਜੀ। ਅਤੇ ਮੈਂ ਸਾਰੇ ਫਾਰਮਰਾਂ ਨੂੰ ਇਹੀ ਅਪੀਲ ਕਰਦਾ ਕਿ ਸਾਰੇ ਜਾਣੇ ਅਸੀਸ ਫੀਡ ਨਾਲ ਜੁੜੋ ਅਤੇ ਵੱਧ ਤੋਂ ਵੱਧ ਇਹਨਾਂ ਦੇ ਟੈਸਟ ਜੋ ਵੀ ਇਹਨਾਂ ਦੀ ਸਰਵਿਸ ਆ ਉਹਦਾ ਵੱਧ ਤੋਂ ਵੱਧ ਲਾਭ ਲਓ ਜੀ। ਇੱਕ ਐਨੀਮਲ ਆ ਜਿਹਦਾ ਆਪਾਂ ਫਾਰਮ ਦੇ ਉੱਪਰ ਬਾਡੀ ਵੇਟ ਲੈ ਰਹੇ ਹਾਂ। ਬਾਡੀ ਵੇਟ ਲੈਣ ਲਈ ਸਾਡੇ ਕੋਲੇ ਟੇਪ ਮਿਲਦੀ ਹੈ ਮਾਰਕੀਟ ਤੋਂ, ਡਾਇਰੈਕਟ ਇਹਦੇ ਵਿੱਚ ਆਪਾਂ HF ਗਾਂ ਅਤੇ ਜਰਸੀ ਦਾ ਬਾਡੀ ਵੇਟ ਲੈ ਸਕਦੇ ਹਾਂ। ਅਦਰਵਾਈਜ਼ ਆਪਾਂ ਸਿੰਪਲ ਟੇਪ ਨਾਲ ਵੀ ਇਹਦਾ ਬਾਡੀ ਵੇਟ ਕੱਢ ਸਕਦੇ ਹਾਂ। ਜਿਹੜਾ ਬਾਡੀ ਵੇਟ ਆ ਇਹ ਬਾਡੀ ਵੇਟ ਲੈਣ ਦੇ ਨਾਲ ਸਾਨੂੰ ਇੱਕ ਜਿਹੜੀ ਪ੍ਰੋਪਰ ਆਪਾਂ ਇੱਕ ਪਸ਼ੂ ਦਾ TMR ਬਣਾ ਸਕਦੇ ਹਾਂ, ਕਿਉਂਕਿ ਦੇਖਣ 'ਚ ਆਇਆ ਵੀ ਇੱਕ ਗਾਂ ਜਿਹੜੀ ਹੈ 500 ਕਿਲੋ ਤੋਂ ਲੈ ਕੇ 800 ਕਿਲੋ ਤੱਕ ਦੀ ਪੰਜਾਬ ਦੇ ਵਿੱਚ ਐਵਰੇਜ ਗਾਂ ਆਪਾਂ ਨੂੰ ਮਿਲ ਜਾਂਦੀ ਹੈ। ਤਾਂ ਬਾਡੀ ਵੇਟ ਤੋਂ ਆਪਾਂ ਇੱਕ ਪ੍ਰੋਪਰ ਰਾਸ਼ਨ ਬੈਲੈਂਸਿੰਗ ਬਣਾ ਸਕਦੇ ਹਾਂ। ਤੇ ਇਹ ਬਾਡੀ ਵੇਟ ਜੋ ਹੈ ਕਿੰਨੀ ਦੇਰ ਬਾਅਦ ਕਰਨਾ ਚਾਹੀਦਾ? ਬਾਡੀ ਵੇਟ ਜਿਸ ਤਰ੍ਹਾਂ ਅਸੀਂ ਰਾਸ਼ਨਿੰਗ ਕਰਦੇ ਹਾਂ ਤਾਂ ਐਵਰੇਜ ਹਰ ਮਹੀਨੇ ਵਿੱਚ ਅਸੀਂ ਫਾਰਮਰ ਨੂੰ ਐਡਵਾਈਜ਼ ਕਰਦੇ ਹਾਂ ਵੀ ਮਹੀਨੇ 'ਚ ਘੱਟ ਤੋਂ ਘੱਟ ਇੱਕ ਵਾਰ ਰਾਸ਼ਨਿੰਗ ਕਰਾਓ, ਜਾਂ ਹਰ 3 ਮਹੀਨੇ ਬਾਅਦ ਆਪਾਂ ਪੇਟ ਦੇ ਕੀੜਿਆਂ ਦੀ ਦਵਾਈ ਦਿੰਦੇ ਹਾਂ, ਡਿਵਰਮਿੰਗ ਕਰਦੇ ਹਾਂ। ਤਾਂ ਫਾਰਮਰ ਨੂੰ ਐਡਵਾਈਜ਼ ਕਰਦੇ ਹਾਂ ਵੀ ਹਰ ਵਾਰ 3 ਮਹੀਨੇ ਬਾਅਦ ਬਾਡੀ ਵੇਟ ਲੈਂਦੇ ਰਹੋ, ਤਾਂ ਕਿ ਆਪਾਂ ਨੂੰ ਇੱਕ ਮੋਟਾ ਜਿਹਾ ਜਾਇਜ਼ਾ ਰਹੇ ਆਪਣੇ ਫਾਰਮ 'ਤੇ ਕਿੰਨੇ ਕੁ ਪੇਟ ਵਾਲੇ ਪਸ਼ੂ ਨੇ ਅਤੇ ਕਿਸ ਤਰ੍ਹਾਂ ਆਪਾਂ ਉਹਨਾਂ ਦਾ ਇਲਾਜ ਕਰਨਾ ਜੀ। ਬਾਡੀ ਵੇਟ ਤੋਂ ਬਾਅਦ ਸਾਡੇ ਕੋਲ ਇੰਪੋਰਟੈਂਟ ਆਹ ਜਿਹੜਾ ਇੱਕ ਸੌਫਟਵੇਅਰ ਆ, ਬਹੁਤ ਹੀ ਖਾਸ ਸੌਫਟਵੇਅਰ ਆ ਜਿਹਦੇ ਨਾਲ ਆਪਾਂ ਪਸ਼ੂ ਦੀ ਬਾਡੀ ਵੇਟ ਦੇ ਹਿਸਾਬ ਨਾਲ ਅਤੇ ਉਹਦੀ ਮਿਲਕਿੰਗ ਦੇ ਹਿਸਾਬ ਨਾਲ ਇੱਕ ਪ੍ਰੋਪਰ ਰਾਸ਼ਨ ਬੈਲੈਂਸ ਕਰਦੇ ਹਾਂ। ਉਹਨੂੰ 24 ਘੰਟੇ 'ਚ ਜੋ ਆਪਾਂ ਆਫਰ ਕਰਨਾ ਉਹ ਬਣਾ ਕੇ ਦਿੰਦੇ ਹਾਂ, ਤਾਂ ਜੋ ਮੈਕਸਿਮਮ ਆਪਾਂ ਪਸ਼ੂ ਤੋਂ ਦੁੱਧ ਲੈ ਸਕੀਏ, ਪਲੱਸ ਜਿਹੜੀ ਉਹਦੀ ਸਿਹਤ ਵੀ ਆ ਉਹ ਕੰਪਰੋਮਾਈਜ਼ ਨਾ ਹੋਵੇ। ਮਤਲਬ ਇੱਕ ਤਰ੍ਹਾਂ ਵੇਖਿਆ ਜਾਏ ਤਾਂ ਪਸ਼ੂ ਦਾ ਤੁਸੀਂ ਡਾਈਟ ਚਾਰਟ ਤਿਆਰ ਕਰ ਰਹੇ ਹੋ? ਬਿਲਕੁਲ ਜੀ, ਇਹ ਪਸ਼ੂ ਦਾ ਪ੍ਰੋਪਰ ਡਾਈਟ ਚਾਰਟ ਤਿਆਰ ਹੁੰਦਾ ਜਿਹਦੇ ਵਿੱਚ ਉਹਦੀ ਸਾਰੀ ਰਿਕੁਆਇਰਮੈਂਟ ਪੂਰੀ ਕੀਤੀ ਜਾਂਦੀ ਹੈ।
ਹਾਂ ਤੇ ਹੁਣ ਅਸੀਂ ਨਿਖਲ ਜੀ ਜਿੱਦਾਂ ਫਾਰਮ ਤੇ ਪਹੁੰਚੇ ਹਾਂ, ਜਿੱਦਾਂ ਇਹ ਪਸ਼ੂ ਨੂੰ ਰਿਪੀਟ ਬਰੀਡਿੰਗ ਦੀ ਦਿੱਕਤ ਆ ਜੇਕਰ, ਤਾਂ ਸਾਡੇ ਡਾਕਟਰ ਸਾਹਿਬ ਨੇ ਜਿਹੜੇ ਫਾਰਮ ਤੇ ਪਹੁੰਚ ਕੇ ਦੇਖਣਗੇ ਪਰ ਰੈਕਟਲ ਕਰਕੇ ਵੀ ਇਸ ਐਨੀਮਲ ਨੂੰ ਜੇ ਰਿਪੀਟ ਹੋ ਰਿਹਾ ਵਾ ਜਾਂ ਪਸ਼ੂ ਹੀਟ 'ਚ ਨਹੀਂ ਆ ਰਿਹਾ ਜਾਂ ਕੋਈ ਵੀ ਸੂਏ ਨਾਲ ਸੰਬੰਧਿਤ ਦਿੱਕਤ ਹੈ, ਤਾਂ ਉਹਨੂੰ ਔਨ ਦੀ ਫਾਰਮ ਜਾ ਕੇ ਦੇਖ ਕੇ ਜੱਜਮੈਂਟ ਕਰਕੇ ਫਿਰ ਅਸੀਂ ਉਹਦਾ ਜੋ ਸੰਬੰਧਿਤ ਇਲਾਜ ਆ ਉਹਦੀ ਉੱਥੇ ਫਾਰਮ ਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਫਾਰਮ ਦੀ ਜਿਹੜੀ ਦਿੱਕਤ ਉਹਨੂੰ ਸੋਲਵ ਕਰ ਸਕੀਏ। ਜੇਕਰ ਸਾਡੇ ਫਾਰਮ ਦੇ ਉੱਪਰ ਕਿਸੇ ਪਸ਼ੂ ਨੂੰ ਮਸਟਾਈਟਿਸ ਵਗੈਰਾ ਦੀ ਦਿੱਕਤ ਆ, ਤਾਂ ਅਸੀਂ ਉਹਦੀ ਪੀਐਚ ਜਿਹੜੀ ਹੈਗੀ ਆ ਫਾਰਮ ਦੇ ਉੱਪਰ ਜਾ ਕੇ ਦੇਖ ਕੇ ਰੈਲੇਵੈਂਟ ਜੋ ਟੈਸਟ ਹੈਗਾ ਉਹ ਕਰ ਸਕਦੇ ਹਾਂ। ਔਰ ਇਸ ਤੋਂ ਇਲਾਵਾ ਸਾਡੇ ਕੋਲੇ CMT ਕਿੱਟ ਵੀ ਹੈ, ਜਿਹਦੇ ਨਾਲ ਅਸੀਂ ਫਾਰਮ ਤੇ ਜਾ ਕੇ ਦੱਸ ਸਕਦੇ ਹਾਂ ਵੀ ਫਾਰਮ ਦੇ ਉੱਪਰ ਕੋਈ ਮਸਟਾਈਟਿਸ ਵਗੈਰਾ ਦੀ ਦਿੱਕਤ ਤਾਂ ਨਹੀਂ ਆਉਣ ਲੱਗੀ। ਇਸ ਤੋਂ ਇਲਾਵਾ ਜੋ ਅਸੀਂ ਖਾਸ ਫੈਸਿਲਿਟੀ ਦਿੰਦੇ ਆ ਜਿਹੜੇ ਸਾਡੇ ਫਾਰਮਰ ਨੇ, ਜੇਕਰ ਉੱਥੇ ਬਾਰ-ਬਾਰ ਇਹ ਦਿੱਕਤ ਆ ਰਹੀ ਹੈ ਤਾਂ ਅਸੀਂ ਉਹਦਾ ਸਮੈਟਿਕ ਸੈੱਲ ਕਾਊਂਟ ਆ ਜਿਹੜਾ ਉਹ ਯੂਨੀਵਰਸਿਟੀ ਤੋਂ ਵੀ ਫ੍ਰੀ ਆਫ ਕਾਸਟ ਕਰਾ ਕੇ ਦਿੰਦੇ ਆ, ਤਾਂ ਜੋ ਸਾਡੇ ਫਾਰਮ ਦੀ ਜਿਹੜੀ ਦਿੱਕਤ ਆ ਉਹਨੂੰ ਅਸੀਂ ਸੋਲਵ ਕਰ ਸਕੀਏ ਤੇ ਫਾਰਮ ਦਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਉਹਨੂੰ ਫਾਇਦਾ ਪਹੁੰਚਾ ਸਕੀਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਕਿ ਸਾਰੀਆਂ ਜੋ ਪ੍ਰਬੰਧਨ ਸੇਵਾਵਾਂ ਨੇ ਅਸੀਸ ਵੱਲੋਂ ਦਿੱਤੀਆਂ ਜਾ ਰਹੀਆਂ ਉਸ ਤੋਂ ਤੁਸੀਂ ਸਾਨੂੰ ਜਾਣੂ ਕਰਾਇਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ ਵੀ ਬਹੁਤ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਸਰ, ਜਾਣ ਤੋਂ ਪਹਿਲੇ ਕੋਈ ਖਾਸ ਸੁਨੇਹਾ ਜੋ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੇਣਾ ਚਾਹੋ? ਥੈਂਕ ਯੂ ਨਿਖਲ ਜੀ। ਮੇਰਾ ਇੱਕ ਹੀ ਸੁਨੇਹਾ ਜੀ, ਬਿਹਤਰ ਦੁੱਧ ਬਿਹਤਰ ਸਿਹਤ ਸਾਲੋਂ ਸਾਲ। ਬਿਲਕੁਲ ਜੀ, ਸਾਲੋਂ ਸਾਲ ਤੁਹਾਡੀ ਨਿਰੰਤਰ ਸੇਵਾ ਕਰਦਾ ਰਹੇ ਅਸੀਸ। ਇਸੇ ਦੁਆ ਦੇ ਨਾਲ ਦਿਓ ਇਜਾਜ਼ਤ। ਤੁਸੀਂ ਵੇਖ ਰਹੇ ਸੀ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾਈ KSA ਸਟ੍ਰॉ ਰੀਪਰ, ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ। ਆਪਣਾ ਤੇ ਆਪਣਾ ਦਾ ਧਿਆਨ ਚੰਗੀ ਤਰ੍ਹਾਂ ਰੱਖਿਓ। ਫਿਰ ਹੋਵੇਗੀ ਮੁਲਾਕਾਤ। ਰੱਬ ਰੱਖਾ।